ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ। ਹਰ ਸੈਟਰਡੇ ਦਾ ਖਾਸ ਪ੍ਰੋਗਰਾਮ ਰਣਜੀਤ ਸਿੰਘ ਕੁਕੀ ਗਿੱਲ ਸਰ ਦੇ ਨਾਲ ਲੈ ਕੇ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ 'ਚ ਸਿਰਫ ਦੋ ਮਸਲਿਆਂ ਤੇ ਗੱਲ ਕਰਾਂਗੇ। ਪਹਿਲਾ ਮਸਲਾ ਹੈ ਜੋ ਪੰਜਾਬ ਦੇ ਨਾਲ ਸੰਬੰਧਿਤ ਹੈ। ਪੰਜਾਬ ਦੇ ਅਜਨਾਲਾ ਦੇ ਵਿੱਚ ਅਰਾਜਕਤਾਵਾਦੀਆਂ ਨੇ ਪੰਜਾਬ ਦੀ ਤਸਵੀਰ ਨੂੰ ਬਹੁਤ ਹੀ ਗਲਤ ਢੰਗ ਦੇ ਨਾਲ ਪੇਸ਼ ਕੀਤਾ ਹੈ, ਜਿਹਨੂੰ ਅਖਬਾਰਾਂ ਨੇ, ਨੈਸ਼ਨਲ ਟੀਵੀ ਚੈਨਲਾਂ ਨੇ ਆਪਣੇ ਫਰੰਟ ਪੇजेस ਦੇ ਉੱਤੇ, ਪ੍ਰਾਈਮ ਟਾਈਮਸ ਦੇ ਉੱਤੇ ਚਲਾਇਆ ਹੈ। ਕੀ ਇਹ ਸਾਰਾ ਮਸਲਾ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੇ ਲਾ ਕੇ ਇੱਕ ਥਾਣੇ ਦੇ ਉੱਤੇ 57 ਦੇ ਪਰਚੇ ਦੀ ਸੈਟਲਮੈਂਟ ਕਰਾਉਣ ਤੁਰ ਪਿਆ ਇੱਕ ਧੜਾ। ਔਰ ਦੂਸਰੀ ਗੱਲ ਕਰਾਂਗੇ ਯੂਕਰੇਨ ਰਸ਼ੀਆ ਵਾਰ ਦਾ। 1 ਸਾਲ ਪੂਰਾ ਹੋ ਗਿਆ। ਕੀ ਖੱਟਿਆ, ਕੀ ਗਵਾਇਆ, ਕੌਣ ਸਹੀ ਹੈ, ਕੌਣ ਗਲਤ ਹੈ, ਅਮਰੀਕਾ ਦੀ ਕੀ ਭੂਮਿਕਾ ਹੈ, ਕਿਵੇਂ ਬਦਲ ਰਹੀ ਹੈ ਦੁਨੀਆ ਭਰ ਦੀ ਰਾਜਨੀਤੀ ਸਿਰਫ ਯੂਕਰੇਨ ਔਰ ਰਸ਼ੀਆ ਵਾਰ ਕਰਕੇ। ਮੈਂ ਸਭ ਤੋਂ ਪਹਿਲਾਂ ਸ਼ਾਮਿਲ ਕਰਦੀ ਹਾਂ ਰਣਜੀਤ ਸਿੰਘ ਕੁਕੀ ਗਿੱਲ ਜੀ ਨੂੰ। ਸਰ, ਤੁਹਾਡਾ ਬਹੁਤ ਸਵਾਗਤ ਤੇ ਧੰਨਵਾਦ ਸਰ। ਥੈਂਕ ਯੂ ਸੋ ਮਚ ਮਨਵੀਰ। ਸਰ, ਪਿਛਲੇ 10 ਦਿਨਾਂ ਦੇ ਵਿੱਚ ਪੰਜਾਬ ਨੂੰ 2 ਵਾਰੀ ਐਵੇਂ ਦਿਖਾਇਆ ਗਿਆ ਹੈ ਕਿ ਇੱਥੋਂ ਦਾ ਜਿਹੜਾ ਜੁਝਾਰੂਪਨ ਹੈ, ਇੱਥੋਂ ਦੀ ਜਿਹੜੀ ਬਹਾਦਰੀ ਹੈ, ਇੱਥੋਂ ਦੀ ਦਲੇਰੀ ਦਿਸ਼ਾਹੀਣ ਹੈ। ਇੱਥੋਂ ਦੇ ਲੋਕ ਹਜੇ ਵੀ ਖਾੜਕੂਵਾਦੀ ਨੇ, ਖਾਸ ਤੌਰ ਤੇ ਪੰਜਾਬ ਦੇ ਸਿੱਖ। ਇੱਥੋਂ ਦੇ ਇੱਕ ਅਰਾਜਕਤਾਵਾਦੀ ਭਾਵਨਾ ਹੈ, ਸਟੇਟ ਦੇ ਖਿਲਾਫ ਆਪ ਹੁਦਰੇਪਣ ਵਾਲੀ ਭਾਵਨਾ ਹਜੇ ਇਹਨਾਂ ਲੋਕਾਂ 'ਚ ਹੈ। ਪਹਿਲੀ ਇੱਕ ਭਾਵਨਾ ਪਹਿਲਾ ਦ੍ਰਿਸ਼ ਆਪਾਂ ਨੂੰ ਨਜ਼ਰ ਆਇਆ ਸੀ 14 ਫਰਵਰੀ ਨੂੰ, ਜਦੋਂ ਚੰਡੀਗੜ੍ਹ ਮੋਹਾਲੀ ਦੇ ਬਾਰਡਰਸ ਦੇ ਉੱਤੇ ਇੱਕ ਡਰਦੀ ਹੋਈ ਪੁਲਿਸ ਨੂੰ ਭੱਜਦੇ ਹੋਏ ਦਿਖਾਇਆ ਗਿਆ। ਕਿਵੇਂ ਉਹ ਗੱਡੀਆਂ ਨੂੰ ਲੈ ਕੇ ਇੱਕ ਮੋਰਚੇ ਵਾਲੇ ਉਹਦੇ ਵਿੱਚ ਮੌਜੂਦ ਜਿਹੜੀ ਸੰਗਤ, ਉਹਨਾਂ ਨੂੰ ਆਪਾਂ ਕਵਾਂਗੇ ਚਲੋ, ਉਹ ਲੈ ਕੇ ਪਹੁੰਚਦੇ ਹਨ ਔਰ ਬਹੁਤ ਵੱਡਾ ਮਸਲਾ ਬਣਦਾ। ਔਰ ਉਹਨੂੰ ਵੀ ਖਾਲਿਸਤਾਨੀ ਨਾਮ ਦੇ ਕੇ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਐਡੀਟੋਰੀਅਲਸ ਆਉਂਦੇ ਨੇ, ਟੀਵੀ ਦੇ ਵਿੱਚ ਵੱਡੀਆਂ ਡਿਬੇਟਸ ਹੁੰਦੀਆਂ ਨੇ। ਮਹਿਜ 10 ਦਿਨਾਂ ਦੇ ਵਿੱਚ ਹੀ 9ਵੇਂ ਦਿਨ ਹੀ ਅਜਨਾਲਾ ਦੇ ਵਿੱਚ ਇੱਕ 57 ਦੇ ਪਰਚੇ ਨੂੰ ਲੈ ਕੇ ਜੋ ਉੱਥੇ ਹੜਦੁੰਮ ਮਚਾਇਆ ਗਿਆ, ਜਿਹੜੀ ਉਹ ਦਿਸ਼ਾਹੀਨ ਦਲੇਰੀ ਦਿਖਾਈ ਗਈ, ਉਹਦੇ ਨਾਲ ਫਿਰ ਤੋਂ ਨੈਸ਼ਨਲ ਮੀਡੀਆ, ਅਖਬਾਰਾਂ ਦੇ ਪਹਿਲੇ ਪੰਨੇ ਲਗਾਤਾਰ ਪੰਜਾਬ ਨੂੰ ਇੱਕ ਕਾਲੀ ਹਨੇਰੀ ਦੇ ਵਿੱਚ ਡੁੱਬਿਆ ਹੋਇਆ ਦਿਖਾ ਰਹੇ ਨੇ, ਖਾਸ ਤੌਰ ਤੇ ਪੰਜਾਬ ਦੇ ਸਿੱਖਾਂ ਨੂੰ। ਪੰਜਾਬ ਸ਼ਾਂਤ ਹੈ। ਇਹ ਨਾ ਮਨਵੀਰ ਜਿਹੜਾ ਹੈਗਾ ਨਾ ਪ੍ਰੈਜ਼ੈਂਟ ਜਿਹੜਾ ਸਿਨੈਰੀਓ ਹੈ ਨਾ, ਇਹਦੇ ਵਿੱਚ ਜਿਹੜੇ ਲਾਊਡ ਸਲੋਗਨਸ, ਪੋਲੀਟੀਕਲ ਅਗਰੈਸ਼ਨ ਐਂਡ ਹਾਈਪਰ ਨੈਸ਼ਨਲਿਜ਼ਮ ਆ ਜਿਹੜੀ ਕਿ ਮਤਲਬ ਕਿ ਲਾਊਡਨੈਸ, ਹਾਈਪਰ ਨੈਸ਼ਨਲਿਜ਼ਮ ਤੇ ਪੋਲੀਟੀਕਲ ਅਗਰੈਸ਼ਨ, ਇਹ ਲੋਕਾਂ ਦੀ ਸੋਚ ਤੇ ਸਮਝ ਨੂੰ ਮਤਲਬ ਕਿ ਕਲਾਊਡ ਕਰ ਰਿਹਾ, ਉਹਨਾਂ ਨੂੰ ਦਬਾ ਰਿਹਾ। ਉਹਨਾਂ ਦੀ ਸੋਚਣ ਸਮਝੀ ਜਿਹੜੀ ਹੈਗੀ ਆ ਉਸ ਤੇ ਦਿਸ਼ਾ ਤੇ ਹਨੇਰਾ ਕਰ ਰਿਹਾ ਵੀ ਆਪਾਂ ਨੂੰ ਕਰਨਾ ਕੀ ਚਾਹੀਦਾ। ਇਹਦੇ ਵਿੱਚ ਜਿਹੜੀਆਂ 2 ਥਾਟਸ ਹੈਗੀਆਂ ਨੇ, ਇੱਕ ਤਾਂ ਜਿਹੜੀ ਸੂਝਵਾਨ ਸੋਚ ਹੈਗੀ ਆ, ਉਹਦਾ ਕਲੈਸ਼ ਲਿਆ ਰਿਹਾ ਜਿਹੜੀ ਗਲਿਟਸ ਆਫ ਫਾਲਸਹੁੱਡ, ਜਿਹੜੀ ਗਲਿਸ ਹੁੰਦੀ ਨਾ, ਚਮਕ ਆ ਜਿਹੜੀ, ਮਤਲਬ ਕਿ ਇੱਕ ਹੌਲੋ ਪ੍ਰਗਟਾਵਿਆਂ ਦੀ, ਇੱਕ ਜਿਹੜੀ ਹੈਗੀ ਆ ਫੋਕੀ ਜਿਹੜੀ ਹੈਗੀ ਆ ਨੈਰੇਟਿਵਸ ਦੀ। ਇਹਦੇ ਵਿੱਚ ਸਬਲਾਈਮ ਦਾ ਇੱਕ ਜਿਹੜਾ ਹੈਗਾ ਉਹਨੂੰ ਓਵਰਸ਼ੈਡੋ ਕਰ ਰਿਹਾ ਫਾਲਸਹੁੱਡ ਜਿਹੜਾ। ਦੈਟਸ ਵਾਟ ਇਜ਼ ਹੈਪਨਿੰਗ। ਸਭ ਤੋਂ ਮੰਦਭਾਗਾ ਕੀ ਲੱਗਿਆ ਅਜਨਾਲੇ ਕਲੈਸ਼ ਨੂੰ? ਤੁਸੀਂ ਵੇਖਿਆ ਹੋਏਗਾ ਸਰ, ਸਭ ਤੋਂ ਮੰਦਭਾਗਾ, ਕਿਉਂਕਿ ਤੁਸੀਂ ਉਸ ਦੌਰ ਦੇ ਗਵਾਹ ਰਹੇ ਹੋ, ਉਸ ਦੌਰ 'ਚ ਸ਼ਾਮਿਲ ਰਹੇ ਹੋ, ਜਿਹੜਾ ਦੌਰ ਹਜੇ ਤੱਕ ਸਾਨੂੰ ਸਮਝ ਹੀ ਨਹੀਂ ਆ ਰਿਹਾ। ਕੀ ਕਿਸ ਚੀਜ਼ ਨੇ ਦਿਲ ਦੁਖਾਇਆ? ਕਿਹੜੀ ਚੀਜ਼ ਸਿੱਖਾਂ ਲਈ ਬਹੁਤ ਮਾੜੀ ਹੋਈ ਉਹਦੇ ਵਿੱਚ? ਜਿਹੜੀ ਮੇਰੀ ਲੀ ਸੀ ਨਾ, ਉਹਦੇ ਵਿੱਚ ਨਾ ਤਾਂ ਲਾਊਡ ਸਲੋਗਨ ਸੀਗੇ, ਨਾ ਕੋਈ ਬੇਲੋੜਾ ਪੋਲੀਟੀਕਲ ਅਗਰੈਸ਼ਨ ਸੀਗਾ, ਤੇ ਨਾ ਕੋਈ ਹਾਈਪਰ ਨੈਸ਼ਨਲਿਜ਼ਮ ਸੀਗੀ। ਨਾ ਮੈਂ ਕਦੀ ਨਾਅਰਾ ਲਾਇਆ ਤੇ ਨਾ ਮੈਂ ਕਦੀ ਉਸ ਚੀਜ਼ ਨੂੰ ਤਰਜੀਹ ਦਿੱਤੀ ਆ ਆਪਣੀ ਲਾਈਫ ਦੇ ਸਟਰਗਲ ਦੇ ਵਿੱਚ। ਜਿਹੜਾ ਹੁਣ ਹੈਗਾ ਸਾਰਿਆਂ ਨਾਲੋਂ ਅਨਫੋਰਚੂਨੇਟ ਇਹ ਆ ਕਿ ਜਿਹੜਾ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਸ਼ੀਲਡ ਵਜੋਂ ਵਰਤਿਆ, ਉਸ ਤੋਂ ਵੀ ਜਿਹੜਾ ਹੋਰ ਮਤਲਬ ਕਿ ਦੁਖਦਾਈ ਪਲ ਹੈਗਾ ਕਿ ਜਿਹੜੀ ਐਕਟਿੰਗ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹਨਾਂ ਦੀ ਇੱਕ ਜਿਹੜੀ ਦੁਬਦਾ ਦਿਖਾਈ ਦੇ ਰਹੀ ਆ ਉਹਨਾਂ ਦੇ ਬਿਆਨ ਵਿੱਚ, ਉਹਦੇ ਵਿੱਚੋਂ ਸਾਰੀ ਕਲੈਰਿਟੀ ਮਿਸਿੰਗ ਆ। ਕੋਈ ਦਿਸ਼ਾ ਨਿਰਦੇਸ਼ ਜਾਂ ਕੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ, ਉਸ ਨੂੰ ਉਹ ਪ੍ਰਗਟਾਉਣ ਦੇ ਵਿੱਚ
ਟੋਟਲੀ ਫੇਲ ਹੋਇਆ। ਡਿਸਪਾਈਟ ਕਿ ਸੁਖਬੀਰ ਬਾਦਲ ਇਸ ਦੇ ਬਾਰੇ ਬਿਆਨ ਦੇ ਰਹੇ ਨੇ, ਬੜੇ ਲਾਊਡ ਬਿਆਨ ਦਿੱਤੇ ਨੇ, ਇਸੇ ਤਰ੍ਹਾਂ ਵਿਕਰਮ ਮਜੀਠੀਆ ਨੇ ਦਿੱਤੇ ਨੇ, ਬਾਕੀ ਤਕਰੀਬਨ ਸਾਰੀ ਪੋਲੀਟੀਕਲ ਕਲਾਸ ਚੁੱਪ ਆ। ਇਹ ਜ਼ਰੂਰ ਆ ਵੀ ਉਹ ਨੋਕ ਝੋਕ ਕਰ ਰਹੀ ਆ, ਪਰ ਇਹਦੇ ਵਿੱਚ ਜਿਹੜਾ ਸਟੇਟ ਦਾ ਅਟਰ ਫੇਲੀਅਰ ਸਾਹਮਣੇ ਆਇਆ, ਉਹਦੇ ਵਿੱਚ ਕੱਲ ਵੀ ਆਪਾਂ ਦੇਖਿਆ ਜਿਹੜੀ ਡਾਇਰੈਕਟਰ ਜਨਰਲ ਪੁਲਿਸ ਦੀ ਪ੍ਰੈਸ ਕਾਨਫਰੰਸ ਸੀਗੀ, ਉਹਨਾਂ ਨੇ ਨੈਰੇਟਿਵ ਦਿੱਤਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਜੋਂ ਅਸੀਂ ਪਿੱਛੇ ਹਟ ਗਏ। ਪਰ ਇੱਥੋਂ ਤੱਕ ਉਸ ਸਿਚੁਏਸ਼ਨ ਉਹ ਆਈ ਕਿਵੇਂ ਹੈਗੀ ਆ, ਇਹਦੇ ਚ ਸਟੇਟ ਹੈਜ਼ ਫੇਲਡ ਟੂ ਐਕਸਪਲੇਨ। ਇੱਕ ਜਿਹੜਾ ਆਪਸੀ ਝਗੜੇ ਦਾ ਮਾਮਲਾ ਹੈਗਾ, ਉਹਨੂੰ ਇੱਕ ਸਿੱਖ ਇਸ਼ੂ ਵਾਂਗੂ ਕਿਉਂ ਵੰਡ ਦਿੱਤਾ ਗਿਆ? ਇੱਕ ਦੋ ਬੰਦਿਆਂ ਦੀ ਆਪਸੀ ਝਗੜਾ ਹੋਇਆ, ਉਹ ਆਮ ਇੱਕ ਵਰਤਾਰਾ ਪੰਜਾਬ 'ਚ, ਉਸ ਚੀਜ਼ ਨੂੰ ਆਪਾਂ ਸਿੱਖ ਪੋਲੀਟੀਕਲ ਨੈਰੇਟਿਵ ਕਿਉਂ ਦਿੱਤਾ, ਤੇ ਕਿਉਂ ਪੁਲਿਸ ਨੇ ਜਿਹੜਾ ਹੈਗਾ ਇੱਥੋਂ ਤੱਕ ਸਿਚੁਏਸ਼ਨ ਨੂੰ ਆਉਣ ਦਿੱਤਾ? ਮਤਲਬ ਕਿ ਇਹਦੇ ਵਿੱਚ ਜਿਹੜਾ ਆ ਰਿਹਾ ਹੈਗਾ, ਆਮ ਬੰਦਾ ਜਿਹੜਾ ਹੈਗਾ ਨਾਗਰਿਕ ਆ, ਉਹਦੇ ਵਿੱਚ ਇੱਕ ਤਰ੍ਹਾਂ ਨਾਲ ਫੇਅਰ ਸਾਈਕੋਸਿਸ ਡਿਵੈਲਪ ਹੋ ਰਿਹਾ ਬਈ ਮੇਰਾ ਇੱਥੇ ਸਾਡੀ ਜੇ ਪੁਲਿਸ ਹੀ ਫੇਲ ਹੈਗੀ ਆ। 2 ਦਿਨ ਪਹਿਲੇ ਆਪਾਂ ਦੇਖ ਰਹੇ ਹਾਂ ਕਿ ਪੁਲਿਸ ਦਾ ਕਲੈਸ਼ ਹੋਇਆ ਗੈਂਗਸਟਰਸ ਦੇ ਨਾਲ, ਤੇ ਕਿੰਨਾ ਸਵਿਫਟਲੀ ਇਹਨਾਂ ਨੇ ਉਹਦੇ 'ਚ ਐਕਟ ਕੀਤਾ ਹੈਗਾ, ਤੇ ਵੈਰੀ ਨੈਕਸਟ ਡੇ ਉਹੀ ਪੁਲਿਸ ਕਰੰਬਲ ਕਰਦੀ ਦਿਖਾਈ ਦੇ ਰਹੀ ਹੈ। ਤੇ ਉਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਗਟਾਵਾ ਕੀਤਾ ਗਿਆ, ਉੱਥੇ ਬੈਠ ਕੇ ਫਿਰ ਬਾਅਦ 'ਚ ਮੈਨੂੰ ਇਹ ਵੀ ਪਤਾ ਲੱਗਾ ਕਿ ਉੱਥੇ ਪ੍ਰਕਾਸ਼ ਹੋਇਆ ਥਾਣੇ 'ਚ, ਫਿਰ ਉੱਥੇ ਰਹਿਰਾ ਸਾਹਿਬ ਦਾ ਪਾਠ ਹੋਇਆ। ਮਤਲਬ ਕਿ ਇਸ ਚੀਜ਼ਾਂ ਨੂੰ ਆਪਾਂ ਇੱਕ ਸ਼ੀਲਡ ਵਜੋਂ, ਇੱਕ ਓਟ ਆਸਰਾ ਤੱਕਣਾ ਡਿਫਰੈਂਟ ਗੱਲ ਆ। ਇੱਕ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਪ੍ਰੋਟੈਕਸ਼ਨ ਲਈ ਜਾਂ ਆਪਣੇ ਹੁਲਾਗਨਿਜ਼ਮ ਲਈ ਉਸ ਨੂੰ ਐਜ਼ ਏ ਸ਼ੀਲਡ ਵਜੋਂ ਵਰਤਣਾ, ਇਹ ਮੇਰਾ ਖਿਆਲ ਆ ਵੀ ਇਸ ਤੇ ਜ਼ਰੂਰ ਐਕਟਿੰਗ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਕੋਈ ਕਲੀਅਰ ਬਿਆਨ ਦੇਣਾ ਚਾਹੀਦਾ ਸੀ। ਇਸੇ ਤਰ੍ਹਾਂ ਜਿਹੜੇ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਥੇਦਾਰ ਹਰਜਿੰਦਰ ਸਿੰਘ ਧਾਮੀ, ਉਹਨਾਂ ਨੂੰ ਇਸ ਬਾਰੇ ਜ਼ਰੂਰ ਸਪਸ਼ਟੀਕਰਨ ਦੇਣਾ ਚਾਹੀਦਾ ਸੀ ਕਿ ਕੀ ਇਹ ਪ੍ਰਗਟਾਵਾ ਇਹ ਠੀਕ ਆ ਜਾਂ ਇਸ ਤਰ੍ਹਾਂ ਦਾ ਪ੍ਰਗਟਾਵਾ ਨਹੀਂ ਹੋਣ ਦੇਣਾ ਚਾਹੀਦਾ। ਆਪਾਂ ਦੇਖਦੇ ਹਾਂ ਕਿ ਮੈਰਿਜ ਪੈਲਸਿਸ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਲਿਜਾਣ ਦੀ ਆਗਿਆ ਨਹੀਂ ਹੈਗੀ। ਇਹ ਬਾਕੀ ਵੀ ਜਿਹੜੇ ਸੋਸ਼ਲ ਫੰਕਸ਼ਨਸ ਹੁੰਦੇ ਨੇ, ਆਪਾਂ ਇਹ ਦੇਖਿਆ ਕਿ ਇੱਥੋਂ ਦੇ ਕੁਝ ਜਿਹੜੇ ਸੈਲਫ ਕਸਟੋਡੀਅਨਸ ਨੇ ਸਿੱਖਸ ਦੇ, ਉਹ ਜਾ ਕੇ ਇੰਦੌਰ ਦੇ ਵਿੱਚ ਸਿੰਧੀ ਪਰਿਵਾਰਾਂ ਤੋਂ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈਗਾ ਪ੍ਰਕਾਸ਼ ਉਹ ਵਾਪਸ ਲੈ ਲੈਂਦੇ ਆ ਧੱਕੇ ਨਾਲ, ਤੇ ਦੂਜੇ ਪਾਸੇ ਆਪਣੇ ਉਦੋਂ ਇੰਟਾਇਰਲੀ ਡਿਫਰੈਂਟ ਤੇ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ, ਜਿਹਦੇ ਵਿੱਚ ਆਪਾਂ ਨੂੰ ਦਿਖਾਈ ਦਿੰਦਾ ਕਿ ਠੇਸ ਵੱਜੀ ਆ, ਉਸ ਚੀਜ਼ ਦਾ ਆਪਾਂ ਸਾਰਾ ਹੀ ਜਿਹੜਾ ਰਿਲੀਜੀਅਸ ਆਪਣਾ ਹੈਗਾ ਸਿੱਖਾਂ ਦਾ, ਉਹ ਚੁੱਪ ਹੈਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੇ ਲਾ ਕੇ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਕਰਕੇ, ਉਸ ਪਾਲਕੀ ਸਾਹਿਬ ਦੇ ਪਿੱਛੇ ਲੁਕ ਕੇ ਇੱਕ ਧੜਾ, ਇੱਕ ਗੈਂਗ ਜਿਹੜਾ ਸੀ, ਇੱਕ ਮੌਬ ਜਿਹੜਾ ਸੀ, ਸੰਗਤ ਨਹੀਂ ਸੀ, ਮੌਬ ਤਲਵਾਰਾਂ ਲਹਿਰਾਉਂਦਾ ਹੋਇਆ ਥਾਣੇ ਦੇ ਵਿੱਚ ਵੜ ਜਾਂਦਾ ਹੈ ਜੀ। ਪਰਚਾ ਕੀ ਸੀ? ਇੱਕ ਕੁੜੀ ਦੀ ਗੱਲ ਤੋਂ ਸ਼ੁਰੂ ਹੋਇਆ ਮਾਮਲਾ, ਜਿਹੜਾ 751 ਔਰ ਸਮ ਲਵਪ੍ਰੀਤ ਸਿੰਘ ਤੂਫਾਨ, ਉਸ ਤੂਫਾਨ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਹੋਇਆ ਸੀ, ਉਹਨੂੰ ਛਡਵਾਉਣਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀ ਹੁੰਦੀ ਹੈ, ਇਹਨੂੰ ਕੌਣ ਪਰਿਭਾਸ਼ਿਤ ਕਰੇਗਾ? ਜਦੋਂ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜਾ ਬਾਈਬਲ ਬਰਗਾੜੀ ਉੱਥੇ ਆਪਣਾ ਲਗਾ ਕੇ ਬੈਠੇ ਨੇ ਧਰਨਾ, ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਜੀ। ਉਹਨਾਂ ਦੇ ਮੋਰਚੇ ਤੇ ਅਕਤੂਬਰ ਦੇ ਵਿੱਚ ਇਹੀ ਭਾਈ ਸਾਹਿਬ, ਇਹੀ ਗੈਂਗ ਲੀਡਰ ਜਾਂਦੇ ਨੇ ਔਰ ਕਹਿੰਦੇ ਨੇ 1.5 ਮਹੀਨੇ ਦਾ ਸਮਾਂ ਹੈ, ਇਨਸਾਫ ਦੇ ਸਕਦੇ ਹੋ ਦੇ ਦਿਓ, ਨਹੀਂ ਤਾਂ ਅਸੀਂ ਇਸ ਬੇਅਦਬੀ ਦੀ, ਸਾਡੇ ਗੁਰੂ ਦੀ ਬੇਅਦਬੀ ਦਾ ਇਨਸਾਫ ਆਪ ਲੈਣਾ ਜਾਣਦੇ ਆ। ਪਰ ਅਚਾਨਕ ਹੀ ਇਸ ਗੈਂਗ ਲੀਡਰ ਦੇ ਲਈ ਉਹ ਅਖੌਤੀ ਤੂਫਾਨ ਸਿੰਘ ਜ਼ਿਆਦਾ ਜ਼ਰੂਰੀ ਹੋ ਗਿਆ ਜੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਥਾਣੇ ਦੇ ਵਿੱਚ ਕਰਨਾ ਵੀ ਕੀ ਇਹ ਬੇਅਦਬੀ ਨਹੀਂ ਹੈ? ਇਹਨੂੰ ਪਰਿਭਾਸ਼ਿਤ ਕੌਣ ਕਰੇਗਾ ਸਾਡੇ ਲਈ?
ਇਹ ਜਿਹੜਾ ਪ੍ਰਗਟਾਵਾ ਨਾ ਮਨਵੀਰ, ਇਟ ਸ਼ੋਜ਼ ਕਿ ਕਿੰਨਾ ਜਿਹੜਾ ਸਿੱਖਸ ਦੀ ਜਿਹੜੀ ਪੋਲੀਟੀਕਲ ਡਿਕੇ ਆ ਚੁੱਕੀ ਆ, ਜਿਹੜਾ ਪੋਲੀਟੀਕਲ ਵੈਕਿਊਮ ਕ੍ਰੀਏਟ ਹੋਇਆ ਪੰਜਾਬ ਵਿੱਚ, ਉਹਦੇ ਵਿੱਚ ਜਿਹੜਾ ਡਕੇਇੰਗ ਫੈਕਟਰ ਸਾਹਮਣੇ ਆ ਰਿਹਾ ਨਾ, ਇਹ ਉਹਦਾ ਪ੍ਰਗਟਾਵਾ ਕਿ ਲੋਕਾਂ ਨੂੰ ਮਤਲਬ ਕਿ ਇੱਕ ਆਪਾਂ ਸਟਾਪ ਗੈਪ ਨੈਰੇਟਿਵਸ ਦੇ ਰਹੇ ਹਾਂ। ਉਹ ਐਡੇ ਵੱਡੇ ਇਸ਼ੂਜ਼ ਦੀ ਆਪਾਂ ਸੀਰੀਅਸਨੈਸ ਤੋਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਪਰੇ ਰੱਖਣਾ ਚਾਹੁੰਦੇ ਹਾਂ, ਕਿਉਂਕਿ ਇਸ ਤਰ੍ਹਾਂ ਦਾ ਕਦੀ ਵੀ ਗੁਰੂ ਗ੍ਰੰਥ ਸਾਹਿਬ ਦਾ ਐਜ਼ ਏ ਸ਼ੀਲਡ ਵਜੋਂ ਵਰਤਣਾ, ਇਹ ਕਦੀ ਵੀ ਆਪਣੇ ਇਤਿਹਾਸ ਵਿੱਚ ਨਹੀਂ ਆਇਆ। ਚਾਹੇ ਤੁਸੀਂ ਗਦਰੀ ਬਾਬਿਆਂ ਦਾ ਟਾਈਮ ਦੇਖ ਲਓ, ਉਹਨਾਂ ਦੀ ਬੱਜ ਜਿਹੜੀ ਪੋਰਟ ਤੇ ਇਨਸੀਡੈਂਟ ਹੋਇਆ ਸੀ, ਤਾਂ ਜੇ ਅੰਗਰੇਜ਼ਾਂ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸੰਤੋਖਣ ਨਹੀਂ ਸੀ ਦਿੱਤਾ, ਤਾਂ ਉਸ ਦੇ ਸਤਿਕਾਰ ਵਜੋਂ ਮੇਰਾ ਖਿਆਲ 10 ਤੋਂ ਉੱਤੇ ਜਿਹੜੇ ਸੀਗੇ ਸਿੰਘ ਸ਼ਹੀਦ ਹੋ ਗਏ ਸੀ। ਇਹ ਕਿਸੇ ਵਾਰੀ ਵੀ ਆਪਾਂ ਪੁਰਾਣਾ ਇਤਿਹਾਸ ਦੇਖ ਲਓ, ਜੈਤੋ ਦਾ ਮੋਰਚਾ ਦੇਖ ਲਓ, ਜਿਹੜਾ ਇਹਨਾਂ ਦਿਨਾਂ ਵਿੱਚ ਹੀ ਲੰਘਿਆ, ਜਿਹਦੀ ਮਤਲਬ ਕਿ ਉਹਦੀ ਇਹਨਾਂ ਦਿਨਾਂ ਚ ਅੱਜ ਤੋਂ ਕਿੰਨੇ ਸਾਲ ਪਹਿਲੇ ਦੀ ਗੱਲ ਹੈ। ਉੱਥੇ ਵੀ ਲੋਕ ਜਾਂਦੇ ਸੀ, ਮੁੱਖ ਵਾਕ ਲੈ ਕੇ, ਸੁਣ ਕੇ ਜਾਂਦੇ ਸੀ, ਅਰਦਾਸ ਕਰਕੇ ਗੁਰਦੁਆਰਾ ਸਾਹਿਬ ਚ ਜਾਂਦੇ ਸੀ, ਪਰ ਉਹਨਾਂ ਨੇ ਇਸ ਤਰ੍ਹਾਂ ਕਦੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਐਜ਼ ਏ ਪ੍ਰੋਟੈਕਟਿਵ ਸ਼ੀਲਡ ਵਜੋਂ ਨਹੀਂ ਵਰਤਿਆ, ਜਿਹੜਾ ਕਿ ਮੇਰੇ ਖਿਆਲ ਨਾਲ ਇਹ ਕਦੀ ਇਸ਼ੂ ਹੋਣਾ ਨਹੀਂ ਸੀ ਚਾਹੀਦਾ। ਜੇ ਦਰਬਾਰ ਸਾਹਿਬ ਤੇ ਇੰਡੀਅਨ ਆਰਮੀ ਦਾ ਅਟੈਕ ਹੋਇਆ, ਉੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਅਸੀਂ ਅਟੈਕ ਵਜੋਂ ਮੰਨਿਆ ਸੀ, ਤੇ ਉਸ ਦਾ ਜੋ ਬਣਦਾ ਢੁਕਵਾਂ ਜਵਾਬ ਦੇਣਾ ਚਾਹੀਦਾ ਸੀ, ਉਸ ਟਾਈਮ ਦੇ ਸਿੱਖ ਨੌਜਵਾਨਾਂ ਨੇ ਦਿੱਤਾ। ਪਰ ਦੂਜੇ ਪਾਸੇ ਇੱਕ ਐਜ਼ ਏ ਪ੍ਰੋਟੈਕਟਿਵ ਸ਼ੀਲਡ ਵਰਤਣਾ, ਮੇਰਾ ਖਿਆਲ ਇਹ ਸਾਡੀ ਪੋਲੀਟੀਕਲ ਸਿੱਖ ਸਾਈਕੀ ਦੇ ਵਿੱਚ ਡਕੇ ਆ ਚੁੱਕੀ ਆ। ਸਰ, ਅੱਜ ਤੋਂ 40 ਸਾਲ ਪਹਿਲਾਂ ਵੀ ਇਹੀ ਫਰਵਰੀ ਦਾ ਮਹੀਨਾ ਸਾਲ 1983, ਉਹਦੇ ਵਿਚਲੀਆਂ ਇੰਪੋਰਟੈਂਟ ਘਟਨਾਵਾਂ ਸੀ, ਜਿਵੇਂ ਕਿ ਮੰਦਿਰਾਂ ਦੇ ਬਾਹਰ ਗਾਵਾਂ ਦੇ ਸਿਰ ਵੱਢ ਕੇ ਸੁੱਟ ਦਿੱਤੇ ਜਾਂਦੇ ਸੀ। ਉਦੋਂ ਆਪਰੇਸ਼ਨ ਬਲੂ ਸਟਾਰ ਹਜੇ ਨਹੀਂ ਹੋਇਆ ਸੀ। ਉਹ ਤੱਤ ਕੌਣ ਸੀ, ਉਹ ਲੋਕ ਕੌਣ ਸੀ? ਉਦੋਂ ਵੀ ਇੱਕ ਕਨਸਟੀਟਿਊਸ਼ਨਲ ਕ੍ਰਾਈਸਿਸ ਖੜਾ ਸੀ। ਅਕਾਲੀ ਦਲ ਔਰ ਕੇਂਦਰ ਦੀਆਂ ਮੀਟਿੰਗਾਂ ਫੇਲ ਹੋ ਚੁੱਕੀਆਂ ਸੀ, ਕਿਸੇ ਕਿਨਾਰੇ ਤੇ ਨਹੀਂ ਸੀ ਪਹੁੰਚ ਚੁੱਕੀਆਂ, ਔਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅੱਗੇ ਕੀਤਾ ਗਿਆ ਸੀ ਕਿ ਤੁਸੀਂ ਅਕਾਲੀਆਂ ਕੋਲ ਜਾਓ। ਅੱਜ 40 ਸਾਲਾਂ ਬਾਅਦ ਵੀ ਪੰਜਾਬ ਉੱਥੇ ਦਾ ਉੱਥੇ ਹੀ ਨਜ਼ਰ ਆ ਰਿਹਾ ਹੈ। ਕਨਸਟੀਟਿਊਸ਼ਨਲ ਕ੍ਰਾਈਸਿਸ ਔਰ ਇੱਕ ਜਿਹੜੀ ਦਲੇਰੀ ਹੈ ਗਲਤ ਦਿਸ਼ਾ ਦੇ ਵਿੱਚ ਜਿਹੜੀ ਪ੍ਰੈਜ਼ੈਂਟ ਕੀਤੀ ਜਾ ਰਹੀ ਹੈ, ਔਰ ਅਕਾਲੀ ਦਲ ਫਿਰ ਦੁਬਾਰਾ ਸਿਰਫ ਇੱਕ ਆਪਣੀ ਮੋਡਰੇਟ ਪੋਲਿਟਿਕਸ ਦੇ ਵਿੱਚ ਕਿਤੇ ਵੀ ਸਪਸ਼ਟ ਬਿਆਨ ਨਹੀਂ। ਬਹੁਤ ਸਵਾਲ ਨੇ ਸਰ ਜਿਹੜੇ ਸਾਡੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਖੜੇ ਨੇ। ਬੜੇ ਸਵਾਲ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਿੱਚ ਸੰਤ ਪਿੰਡਰਾਂ ਦੇ ਜਾਣੇ ਨੂੰ ਉੱਥੇ ਪਹੁੰਚਦੇ ਨੇ, ਉਹਨੂੰ ਸੀਜ਼ ਆਫ ਅਕਾਲ ਤਖਤ ਕਿਉਂ ਨਹੀਂ ਕਿਹਾ ਗਿਆ? ਸਾਨੂੰ ਆਪਰੇਸ਼ਨ ਬਲੂ ਸਟਾਰ ਹੀ ਕਿਉਂ ਦਿਖਾਇਆ ਗਿਆ? ਜਦੋਂ ਅਸੀਂ ਸੀਜ਼ ਆਫ ਮੱਕਾ ਪੜ੍ਹਦੇ ਹਾਂ, ਜਦੋਂ ਅਸੀਂ ਸੀਜ਼ ਆਫ ਲਾਲ ਮਸਜਿਦ ਪੜ੍ਹਦੇ ਹਾਂ, ਸਾਨੂੰ ਉੱਥੇ ਨਜ਼ਰ ਆਉਂਦਾ ਹੈ ਕਿ ਉਹਨਾਂ ਲੋਕਾਂ ਦੇ ਵਿੱਚ ਆਪਰੇਸ਼ਨ ਦਾ ਨਾਮ ਪਿੱਛੇ ਹੈ, ਪਰ ਸੀਜ਼ ਆਫ ਲਾਲ ਮਸਜਿਦ ਐਂਡ ਸੀਜ਼ ਆਫ ਮੱਕਾ ਅੱਗੇ ਹੈ। ਸਾਨੂੰ ਸਿਰਫ ਆਪਰੇਸ਼ਨ ਬਲੂ ਸਟਾਰ। ਸਾਡੇ ਇਤਿਹਾਸਕਾਰਾਂ ਨੇ ਕਿਤਾਬਾਂ ਲਿਖੀਆਂ ਜੀ, ਉਹਨਾਂ ਨੇ ਕਿਤਾਬਾਂ ਦੇ ਵਿੱਚ, ਮੈਂ ਨਹੀਂ ਕਹਿੰਦੀ ਝੂਠ ਲਿਖਿਆ, ਪਰ ਉਹਨਾਂ ਨੇ ਸਾਡੇ ਤੋਂ ਸੱਚਾਈ ਛੁਪਾਈ, ਆਉਣ ਵਾਲੀਆਂ ਪੀੜ੍ਹੀਆਂ ਤੋਂ ਸੱਚਾਈ ਛੁਪਾਈ, ਜਿਸ ਵੈਕਿਊਮ ਦੇ ਵਿੱਚੋਂ ਅੱਜ ਇਹ ਕੁਝ ਨਿਕਲ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਭਿੰਡਰਾਂਵਾਲੇ ਕਿਉਂ ਗਏ? ਸਾਨੂੰ ਇਹਦਾ ਕਾਰਨ ਹੀ ਪਤਾ ਨਹੀਂ ਲੱਗਿਆ। ਬੱਬਰਾਂ ਨਾਲ ਲੜਾਈ ਹੋਈ ਕਹੀ ਜਾਂਦੀ ਹੈ, ਕੀ ਲੜਾਈ ਹੋਈ ਸੀ? ਕਿਹੜੇ ਸਪੋਰਟ ਕਰਦੇ ਸੀ? ਇੰਨਾ ਹਥਿਆਰ, ਐਡੇ ਸੋਫਿਸਟੀਕੇਟਡ ਵੈਪਨ ਕਿੱਥੋਂ ਆ ਰਹੇ ਸੀ? ਕਾਰ ਸੇਵਾ ਦੇ ਟਰੱਕਾਂ ਦੇ ਵਿੱਚ। ਅਗਰ ਉਸ ਸਮੇਂ ਵੀ ਕਾਸ਼ ਕਿਸੇ ਨੇ ਬੇਅਦਬੀ ਵਾਲੀ ਗੱਲ ਉਠਾਈ ਹੁੰਦੀ ਤਾਂ ਬਹੁਤ ਕੁਝ ਬਦਲ ਸਕਦਾ ਸੀ। ਅੱਜ ਵੀ ਪੰਜਾਬ ਉੱਥੇ ਦਾ ਉੱਥੇ ਹੀ ਖੜਾ ਹੈ ਜਿੱਥੇ ਸੱਚਾਈ ਸਾਡੇ ਸਾਹਮਣੇ ਨਹੀਂ ਹੈ। ਉਹ ਇਤਿਹਾਸਕਾਰ ਇੱਕ ਜਿਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਤੁਹਾਨੂੰ ਵੀ ਟਾਰਗੇਟ ਕੀਤਾ, ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਬੜੀਆਂ ਰੂਹਾਨੀਅਤ ਨੂੰ ਮੱਦੇਨਜ਼ਰ ਰੱਖ ਕੇ ਔਰ ਫੈਕਟੀਸ਼ੀਅਸ ਦ੍ਰਿਸ਼ਾਂ ਨੂੰ ਅੱਗੇ ਰੱਖ ਕੇ, ਉਹ ਕੱਲ ਵੀਡੀਓ ਪਾ ਕੇ ਕਹਿੰਦੇ ਨੇ ਕਿ ਜਿਹੜੇ ਉੱਚੀ ਉੱਚੀ ਬੋਲ ਕੇ ਕਹਿੰਦੇ ਨੇ ਅਸੀਂ ਸਿਰ ਦੇਵਾਂਗੇ, ਉਹਨਾਂ ਦੇ ਵਿੱਚ ਦਮ ਨਹੀਂ ਹੁੰਦਾ। ਉਹ ਜਿਨ੍ਹਾਂ ਨੇ ਸਿਰ ਦੇਣੇ ਹੁੰਦੇ ਉਹ ਦੇ ਦਿੰਦੇ ਨੇ, ਉਹ ਬੋਲਦੇ ਨਹੀਂ ਆ। ਉਹੀ ਇਤਿਹਾਸਕਾਰ ਜਿਹੜੇ ਤੁਹਾਡੀ ਕਿਰਦਾਰਕੁਸ਼ੀ ਕਰ ਰਹੇ ਸੀ, ਉਹ 1 ਸਾਲ ਪਹਿਲਾਂ ਇਹ ਵੀਡੀਓ ਪਾ ਰਹੇ ਸੀ ਕਿ ਜਿਹੜੇ ਖਾੜਕੂ ਸਿੰਘ ਹੈ ਉਹਨਾਂ ਦੀ ਕਿਰਦਾਰਕੁਸ਼ੀ ਕਰਨਾ ਰੋਗੀ ਮਾਨਸਿਕਤਾ ਦੀ ਨਿਸ਼ਾਨੀ ਹੈ। ਪਰ ਅਲਟੀਮੇਟਲੀ ਉਹਨਾਂ ਦੇ ਨਾਲ ਪਤਾ ਨਹੀਂ ਕੀ ਵਾਪਰਿਆ, ਕਿਉਂਕਿ ਤੁਸੀਂ ਅੰਮ੍ਰਿਤਪਾਲ ਬਾਰੇ ਕੁਝ ਆਪਣੇ ਵਿਚਾਰ ਰੱਖੇ ਸੀ, ਜਿਸ ਤੋਂ ਬਾਅਦ ਉਹ ਇਤਿਹਾਸਕਾਰ ਅੱਗੇ ਨਿਕਲ ਕੇ ਆਏ। ਲੇਕਿਨ ਜੋ ਸਾਡੇ ਇਤਿਹਾਸ ਦੀਆਂ ਕੰਪਲੈਕਸਿਟੀਜ਼ ਆ, ਜਿਹੜੇ ਸੱਚ ਦਾ ਸਾਡੇ ਤੋਂ ਓਹਲਾ ਰੱਖਿਆ ਗਿਆ,
ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਅੱਜ ਵੀ ਡਰੀ ਹੋਈ ਪੁਲਿਸ ਤੇ ਚੁੱਪ ਸਟੇਟ ਸਾਡੇ ਲਈ ਕਿੰਨੀ ਖਤਰਨਾਕ ਹੈ ਸਰ? ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ। ਉਹ ਤਾਂ ਜਿਹੜਾ ਨਾ ਜਿਸ ਤਰ੍ਹਾਂ ਦੇ ਵਰਤਾਰੇ ਤੁਸੀਂ 83 ਦੇ ਦੱਸਦੇ ਹੋ, ਉਹਨਾਂ ਨਾਲ ਸੰਤ ਜਰਨੈਲ ਸਿੰਘ ਭਿੰਡਰਾਣਾ ਦਾ ਕੋਈ ਲੈਣਾ ਦੇਣਾ ਨਹੀਂ। ਉਹ ਜਿਹੜੀ ਇੰਟਰਨਲ ਪੋਲਿਟਿਕਸ ਅੰਦਰ ਚੱਲੀ ਹੈਗੀ ਆ, ਉਹ ਕਿਸ ਤਰ੍ਹਾਂ ਫੈਸਿਲੀਟੇਟ ਹੋਈ ਜਾਂ ਕਿਵੇਂ ਉਹ ਉੱਥੇ ਵਾਪਰੀਆਂ ਇੱਦਾਂ ਦੇ ਘਟਨਾਵਾਂ, ਉਹ ਚੀਜ਼ਾਂ ਜਿਹੜੀਆਂ ਨੇ ਅੱਜ ਵੀ ਹਜੇ ਇਤਿਹਾਸ ਪੱਖੋਂ ਉਹਨਾਂ ਤੇ ਮੁੜ ਵਿਚਾਰ ਹੋਣ ਦੀ ਲੋੜ ਆ। ਮੈਂ ਇਹ ਪਹਿਲੇ ਵੀ ਉਠਾਈ ਆ ਗੱਲ ਕਿ ਜਿਹੜਾ ਸਾਡਾ ਫੇਲੀਅਰ ਹੋਇਆ ਸਿੱਖ ਸਟਰਗਲ ਦਾ, ਉਹਦੇ ਬਾਰੇ ਅੱਜ ਤੱਕ ਕਿਸੇ ਤਰ੍ਹਾਂ ਦਾ ਕੋਈ ਸੋਚ ਵਿਚਾਰ ਨਾਲ ਕੋਈ ਕਿਸੇ ਤਰ੍ਹਾਂ ਦਾ ਉਹਦੇ ਤੇ ਕੋਈ ਨੈਰੇਟਿਵ ਲੱਭਿਆ ਨਹੀਂ ਜਾ ਸਕਿਆ ਕਿ ਕੀ ਕਾਰਨ ਸੀਗੇ ਕਿ ਜਿਹੜਾ ਇੰਨਾ ਨੁਕਸਾਨ ਹੋਣ ਤੋਂ ਬਾਅਦ ਅਸੀਂ ਕਿਸੇ ਤਰ ਪੱਤਣ ਨਹੀਂ ਲੱਗ ਸਕੇ। ਅਸੀਂ ਸਾਰੀਆਂ ਕੁਰਬਾਨੀਆਂ ਜਿਹੜੀਆਂ ਸੀ ਉਹ ਪਲੋਸ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਪਾਤਾ। ਇਹ ਉਹੀ ਸ਼੍ਰੋਮਣੀ ਅਕਾਲੀ ਦਲ ਆ ਜਿਨ੍ਹਾਂ ਦੀ ਲੀਡਰਸ਼ਿਪ ਨੇ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਪ੍ਰਧਾਨਗੀ ਦੌਰਾਨ ਜਿੰਨੇ ਵੀ ਸਿੱਖ ਇਸ਼ੂ ਸੀਗੇ, ਪੰਜਾਬ ਦੇ ਇਸ਼ੂ ਸੀਗੇ, ਉਹਨਾਂ ਨੂੰ ਇਹਨਾਂ ਨੇ ਬਿਲਕੁਲ ਦਰਕਨਾਰ ਕਰਕੇ ਸਾਰਾ ਕੁਝ ਦਾਅ ਤੇ ਲਾਤਾ ਸੀ ਤੇ ਕੁਝ ਵੀ ਸਿੱਖ ਕੌਮ ਅਚੀਵ ਨਹੀਂ ਕਰ ਸਕੀ। ਉਹੀ ਅਕਾਲੀ ਦਲ ਨੂੰ ਦੁਬਾਰਾ ਸੱਤਾ ਮਿਲਦੀ ਆ, 15 ਸਾਲ ਰਾਜ ਕਰਦੇ ਨੇ, ਤੇ ਉਹਦਾ ਜਿਹੜਾ ਹੁਣ ਪ੍ਰਗਟਾਵਾ ਆਪਾਂ ਕੱਲ ਦੇਖ ਰਹੇ ਹਾਂ ਕਿ ਜਿਹੜੀ ਨਵੀਂ ਚਾਰਜ ਸ਼ੀਟ ਆਈ ਹੈਗੀ ਬਹਿਬਲ ਕਲਾਂ, ਕੋਟਕਪੂਰਾ ਤੇ ਬੁਰਜ ਜਵਾਹਰ ਸਿੰਘ ਵਾਲੇ ਇਸ਼ੂ ਦੀ, ਉਹਦੇ ਵਿੱਚ ਹੁਣ ਚੀਫ ਮਿਨਿਸਟਰ ਵੀ ਕਹਿੰਦੇ ਨੇ ਜਿਹੜੇ ਉਸ ਟਾਈਮ ਦੇ ਸੀ ਤੇ ਜਿਹੜੇ ਡਿਪਟੀ ਚੀਫ ਮਿਨਿਸਟਰ ਸੀ ਉਸ FIR ਦੇ ਵਿੱਚ ਸ਼ਾਮਲ ਕਰ ਮਤਲਬ ਕਿ ਦੱਸੇ ਜਾ ਰਹੇ ਆ। ਹਜੇ ਪਬਲਿਕ ਨਹੀਂ ਹੋਇਆ, ਇਹ ਸਿਰਫ ਨਿਊਜ਼ਪੇਪਰ ਦੀ ਰਿਪੋਰਟਿੰਗ ਆ ਵੀ ਉਹਨਾਂ ਦਾ ਨਾਂ ਇਹਦੇ ਵਿੱਚ ਹੋ ਸਕਦਾ। ਉਹ ਕਿਉਂਕਿ ਜਿਹੜੀ SIT ਨੇ ਰਿਪੋਰਟ ਦਿੱਤੀ ਆ, ਚਾਰਜ ਸ਼ੀਟ ਫਾਈਲ ਕੀਤੀ ਆ, ਇਹ ਜਿਹੜੀਆਂ ਇਹਨਾਂ ਦੇ ਨਾਂ ਆਉਣੇ ਇੱਕ ਇੱਦਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ, ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਫਾਇਰਿੰਗ ਹੋਈ ਆ, ਇਹ ਜਿਹੜਾ ਮੈਂ ਪਹਿਲੇ ਕਿਹਾ ਹੈਗਾ, ਇਹ ਸਾਡੀ ਸਿੱਖ ਪੋਲੀਟੀਕਲ ਡਿਕੇ ਆ। ਉਹਦਾ ਜਿਹੜਾ ਸੀਗਾ ਆਪਣੀ ਲੀਹਾਂ ਤੋਂ ਲੈ ਜਾਣਾ। ਤੇ ਇਸੇ ਤਰ੍ਹਾਂ 84 ਬਾਰੇ ਤੇ ਉਸ ਤੋਂ ਬਾਅਦ ਜਿਹੜਾ ਸਿੱਖ ਸਟਰਗਲ ਚੱਲਿਆ, ਉਹਦੇ ਬਾਰੇ ਕਦੀ ਵੀ ਖੁੱਲ੍ਹ ਕੇ ਵਿਚਾਰ ਨਹੀਂ ਹੋਣੀ ਕਿ ਕਿਹੜੇ ਕਾਰਨ ਸੀਗੇ ਕਿ ਜਿਹਦੇ ਕਰਕੇ ਅਸੀਂ ਕੱਲਾ 84 ਹੀ ਨਹੀਂ, ਜਦ ਦੀ 1947 ਹੋਇਆ ਉਸ ਤੋਂ ਬਾਅਦ ਆਪਾਂ ਕੋਈ ਵੀ ਜਿਹੜੇ ਸਿੱਖ ਇਸ਼ੂਜ਼ ਨੇ ਉਹਨਾਂ ਨੂੰ ਆਪਾਂ ਕਿਸੇ ਤਰ੍ਹਾਂ ਵੀ ਕੋਈ ਸੋਲਿਊਸ਼ਨ ਓਰੀਐਂਟਡ ਅਪਰੋਚ ਰਾਹੀਂ ਉਹ ਹੱਲ ਨਹੀਂ ਕਰ ਸਕੇ। ਸਰ ਜਿਹੜੇ ਸੂਝਵਾਨ ਇਤਿਹਾਸਕਾਰ ਨੇ, ਜਿਹੜੇ ਸੂਝਵਾਨ ਗੱਲਾਂ ਕਰਦੇ ਨੇ, ਜਿਵੇਂ ਤੁਸੀਂ ਇਹ ਜਵਾਬ ਦਿੱਤਾ ਹੈ ਸਰ, ਇਹਨਾਂ ਦੀ ਆਵਾਜ਼ ਇੰਨੀ ਨੀਵੇਂ ਪੱਧਰ ਤੇ ਕਿਉਂ ਰਹਿ ਜਾਂਦੀ ਆ, ਪਰ ਜਿਹੜਾ ਇੱਕ ਛੋਟਾ ਜਿਹਾ ਫ੍ਰਿੰਜ ਐਲੀਮੈਂਟ ਆਉਂਦਾ ਹੈ ਉਹਦੀ ਆਵਾਜ਼ ਐਡੀ ਲਾਊਡ ਕਿਵੇਂ ਹੋ ਜਾਂਦੀ ਆ? ਇਹਦੇ ਪਿੱਛੇ ਕੀ ਚੀਜ਼ ਹੈ? ਇਹ ਤਾਂ ਜਿਹੜਾ ਨਾ ਸਟੇਟ ਦਾ ਜਿਹੜਾ ਮੀਡੀਆ ਹੈਗਾ, ਉਹ ਸਿਰਫ ਉਹ ਚੀਜ਼ਾਂ ਅੱਗੇ ਲੈ ਕੇ ਆਉਂਦੀਆਂ ਜਿਹੜੀਆਂ ਕਨਫਰੰਟੇਸ਼ਨਲ ਤੇ ਕਨਫਲਿਕਟ ਓਰੀਐਂਟਡ ਹੈਗੀਆਂ ਨੇ। ਕਦੀ ਵੀ ਤੁਸੀਂ ਦੇਖੋ ਆਪਾਂ ਨੂੰ ਨਹੀਂ ਦੱਸਿਆ ਜਾਂਦਾ ਕਿ 1947 ਤੋਂ ਬਾਅਦ ਜਿਹੜਾ ਐਡਾ ਵੱਡਾ ਇੱਕ ਮੈਡੀਕਲ ਇੰਸਟੀਚਿਊਸ਼ਨ ਬਣਿਆ ਏਮਸ, ਜਿਹੜਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਆ ਦਿੱਲੀ, ਉਹਨੂੰ ਬਣਾਉਣ ਦੇ ਵਿੱਚ ਇੱਕ ਪੰਜਾਬ ਦੀ ਪ੍ਰਿੰਸੈਸ ਅੰਮ੍ਰਿਤ ਕੌਰ ਜਿਹੜੀ ਕਿ ਕਪੂਰਥਲਾ ਘਰਾਣੇ ਦੇ ਨਾਲ ਸੰਬੰਧਿਤ ਨੇ, ਇਹ ਉਹਨਾਂ ਦਾ ਯੋਗਦਾਨ। ਇਸੇ ਤਰ੍ਹਾਂ ਸਾਡੀਆਂ ਬਹੁਤ ਪੋਲੀਟੀਕਲ ਦੇਣ ਨੇ, ਜਦੋਂ ਵੀ ਕਿਤੇ ਲੋੜ ਪਈ ਆ ਸਿੱਖ ਕੌਮ ਨੇ ਬਹੁਤ ਵੱਡਾ ਹਿੱਸਾ ਪਾਇਆ, ਪਰ ਉਹ ਚੀਜ਼ਾਂ ਨੂੰ ਕਦੇ ਵੀ ਸਾਡੇ ਮੀਡੀਆ ਰਾਹੀਂ ਜਾਂ ਉਹਨਾਂ ਚੀਜ਼ਾਂ ਨੂੰ ਕਦੀ ਸਿੱਖ ਬੱਚਿਆਂ ਦੇ ਸਾਹਮਣੇ ਜਾਂ ਸਿੱਖ ਆਵਾਮ ਦੇ ਸਾਹਮਣੇ ਨਹੀਂ ਦੱਸਿਆ ਜਾਂਦਾ। ਉਹਨਾਂ ਨੇ ਆਪਣੀਆਂ ਐਫਰਟਸ ਦੇ ਨਾਲ, ਮਹਾਰਾਣੀ ਅੰਮ੍ਰਿਤ ਕੌਰ ਨੇ, ਉਹ ਮੈਂਬਰ ਪਾਰਲੀਮੈਂਟ ਵੀ ਰਹੇ ਨੇ, ਉਹਨਾਂ ਨੇ 1956 ਦੇ ਵਿੱਚ ਏਮਸ ਦੀ ਸਥਾਪਨਾ ਕੀਤੀ, ਜਿਹੜਾ ਕਿ ਇੱਕ ਲੈਂਡਮਾਰਕ ਆ ਅੱਜ ਵੀ ਇੰਡੀਆ ਦੇ ਵਿੱਚ। ਉਹਨਾਂ ਨੇ ਆਪਣੇ ਵੱਲੋਂ ਪੈਸੇ ਇਕੱਠੇ ਕੀਤੇ, ਆਪਣੀ ਹਵੇਲੀ ਵਿੱਚ ਲਾਈ, ਬਾਕੀ ਵੀ ਸਾਰਾ ਅੱਡ-ਅੱਡ ਮੁਲਕਾਂ ਤੋਂ ਉਹਨਾਂ ਨੇ ਡੋਨੇਸ਼ਨਸ ਲਿਆਂਦੀਆਂ ਤੇ ਇੱਕ ਐਡਾ ਵੱਡਾ ਲੈਂਡਮਾਰਕ ਲਾਇਆ।
ਉਹ ਜਿਹੜਾ ਕਦੀ ਵੀ ਨਹੀਂ ਆਪਾਂ ਨੂੰ ਪਤਾ ਲੱਗੂਗਾ ਕਿ ਇਹਦੇ ਪਿੱਛੇ ਕਪੂਰਥਲਾ ਰਾਜ ਘਰਾਣੇ ਦੀ ਮਹਾਰਾਣੀ ਅੰਮ੍ਰਿਤ ਕੌਰ ਦਾ ਕਿੱਡਾ ਵੱਡਾ ਉਹਦੇ ਚ ਕੰਟਰੀਬਿਊਸ਼ਨ ਆ। ਜਾਂ ਹੁਣ ਆਪਾਂ ਦੇਖ ਰਹੇ ਹਾਂ ਕਿ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਇੱਕ ਅਜੇਪਾਲ ਸਿੰਘ ਜਿਹੜੇ ਬੱਗਾ ਨੇ ਉਹਨਾਂ ਨੂੰ ਨੋਮੀਨੇਟ ਕੀਤਾ ਹੈਗਾ ਆਪਣੇ ਵੱਲੋਂ ਵਰਲਡ ਬੈਂਕ ਦੀ ਪ੍ਰੈਜ਼ੀਡੈਂਸੀ ਲਈ। ਇਹ ਕਿੱਡੇ ਵੱਡੇ ਲੈਂਡਮਾਰਕ ਡਿਸੀਜਨਸ ਨੇ ਤੇ ਕਿੰਨੀ ਆਪਣੇ ਲਈ ਸ਼ਾਨ ਵਾਲੀ ਗੱਲ ਆ। ਤੁਸੀਂ ਦੇਖ ਲਓ ਆਪਣੇ ਅਰਾਊਂਡ 23 ਮੈਂਬਰ ਪਾਰਲੀਮੈਂਟ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ। ਇਸੇ ਤਰ੍ਹਾਂ ਬ੍ਰਿਟਿਸ਼ ਦੇ ਵਿੱਚ ਵੀ ਆਪਣੇ ਸਿੱਖ ਮੈਂਬਰ ਪਾਰਲੀਮੈਂਟ ਨੇ। ਪਰ ਕਦੀ ਵੀ ਜਿਵੇਂ ਆਪਾਂ ਜੂਇਸ਼ ਨਾਲ ਕੰਪੈਰੀਜ਼ਨ ਕਰ ਲਈਏ, ਜਿੰਨੇ ਵੀ ਯੂਐਸ ਦੇ ਵਿੱਚ ਉਹਨਾਂ ਦੇ ਕਾਂਗਰਸਮੈਨ ਨੇ ਜਿਨ੍ਹਾਂ ਦੀ ਬੈਕਗਰਾਊਂਡ ਹੈਗੀ ਆ ਯਹੂਦੀ, ਉਹਨਾਂ ਦਾ ਸਾਰਿਆਂ ਨਾਲੋਂ ਜ਼ਿਆਦਾ ਪਾਵਰਫੁਲ ਉੱਥੇ ਕਾਕਸ ਆ, ਪੋਲੀਟੀਕਲ ਕਾਕਸ। ਤੇ ਜਿਹਦੇ ਰਾਹੀਂ ਉਹ ਹਮੇਸ਼ਾ ਜਿਹੜੀ ਯੂਐਸ ਦੀ ਫੋਰਨ ਪਾਲਿਸੀ ਆ, ਯੂਐਸ ਦੀ ਐਡਮਿਨਿਸਟ੍ਰੇਟਿਵ ਸਪੋਰਟ ਆ, ਉਹ ਹਮੇਸ਼ਾ ਇਜ਼ਰਾਈਲ ਦੇ ਪੱਖ 'ਚ ਰੱਖਦੇ ਨੇ। ਭਾਵੇਂ ਇਜ਼ਰਾਈਲ ਕਿੰਨਾ ਵੀ ਪੋਲੀਟੀਕਲ ਅਗਰੈਸ਼ਨ ਕਰ ਰਿਹਾ ਪੈਲਸਟੀਨੀਆਂ ਦੇ ਖਿਲਾਫ, ਪਰ ਕਦੀ ਵੀ ਉਹਨਾਂ ਨੂੰ ਕਦੀ ਵਰਲਡ ਚਾਹ ਕੇ ਵੀ ਕਾਰਨਰ ਨਹੀਂ ਕਰ ਸਕਿਆ। ਪਰ ਉਸ ਦੇ ਮੁਕਾਬਲੇ 'ਚ ਆਪਣੇ ਜਿਹੜੇ ਸਿੱਖ ਡਿਸੈਂਟ ਦੇ ਪਾਰਲੀਮੈਂਟੇਰੀਅਨਸ ਨੇ ਬਾਹਰਲੇ ਮੁਲਕਾਂ ਵਿੱਚ, ਉਹਨਾਂ ਨੇ ਕਦੀ ਵੀ ਉਸ ਤਰ੍ਹਾਂ ਦਾ ਜਿਹੜਾ ਸਿੱਖ ਆਵਾਮ ਲਈ ਇਸ਼ੂਜ਼ ਨੇ ਉਹ ਕਦੀ ਵੀ, ਚਾਹੇ 84 ਦਾ ਦਿਖਾਂਤ ਆ, ਚਾਹੇ ਉਸ ਤੋਂ ਬਾਅਦ ਇੰਨੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਨੇ ਪੰਜਾਬ ਦੇ ਵਿੱਚ, ਹਰ ਇੱਕ ਪੱਖੋਂ ਜਿਹੜਾ ਹੈਗਾ ਪੱਖਪਾਤ ਕੀਤਾ ਗਿਆ, ਖਾਸ ਕਰਕੇ ਸਿੱਖ ਕੌਮ ਨਾਲ, ਉਹ ਕਦੀ ਵੀ ਇਸ ਚੀਜ਼ਾਂ ਨੂੰ ਵਰਲਡ ਦੇ ਜਿਹੜੇ ਅਰੇਨਾ ਤੇ ਉਠਾ ਨਹੀਂ ਸਕੇ ਫੋਰਸਫੁਲੀ। ਨਾ ਕੈਨੇਡੀਅਨ ਚਾਹੇ ਪ੍ਰਾਈਮ ਮਿਨਿਸਟਰ ਲੈ ਲਓ, ਚਾਹੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਲੈ ਲਓ, ਚਾਹੇ ਯੂਐਸ ਐਡਮਿਨਿਸਟ੍ਰੇਸ਼ਨ ਲੈ ਲਓ, ਚਾਹੇ ਆਸਟ੍ਰੇਲੀਅਨ ਲੈ ਲਓ, ਕਦੀ ਵੀ ਉਹਨਾਂ ਸਰਕਾਰਾਂ ਵੱਲੋਂ ਜਿਹੜਾ ਸਿੱਖ ਕੌਮ ਨਾਲ ਦਿਖਾਂਤ ਹੋਇਆ ਉਹਦੇ ਬਾਰੇ ਕਦੀ ਅਫਸੋਸ ਦਾ ਪ੍ਰਗਟਾਵਾ ਸਾਡੇ ਸਾਹਮਣੇ ਨਹੀਂ ਆਇਆ। ਤੇ ਦੂਜੇ ਪਾਸੇ ਜੇ ਆਪਾਂ ਜੂਇਸ਼ ਦੇਖ ਲਈਏ, ਚਾਹੇ ਜਿਹੜੇ ਆਇਰਿਸ਼ ਡਿਸੈਂਟ ਦੇ ਯੂਐਸ ਦੇ ਵਿੱਚ ਪੋਲੀਟੀਸ਼ੀਅਨਸ ਨੇ, ਉਹਨਾਂ ਕਰਕੇ ਹੀ ਨਾਰਥ ਆਇਰਲੈਂਡ ਦੇ ਵਿੱਚ ਜੇ ਉੱਥੇ ਸਰਕਾਰ ਬਣੀ ਆਇਰਿਸ਼ਾਂ ਦੀ, ਸਿਨ ਫੇਨ ਪਾਰਟੀ ਪਾਵਰ 'ਚ ਆਈ, ਤਾਂ ਉਹਦੇ ਪਿੱਛੇ ਜਿਹੜੀ ਬਾਹਰ ਉਹਨਾਂ ਦਾ ਡਾਇਸਪੋਰਾ ਹੈਗਾ ਉਹਦੀ ਸਪੋਰਟ ਬਹੁਤ ਵੱਡਾ ਫੈਕਟਰ ਸੀ, ਜਿਹੜਾ ਕਿ ਆਪਣੇ 'ਚ ਮਿਸਿੰਗ ਆ। ਜਾਂ ਤਾਂ ਆਪਾਂ ਉਹਨਾਂ ਨੂੰ ਕਨਵਿੰਸ ਨਹੀਂ ਕਰ ਸਕੇ, ਜਾਂ ਜਿਹੜੇ ਰੈਪਰੈਜ਼ੈਂਟੇਟਿਵਸ ਨੇ ਜਿਹੜੇ ਕਿ ਸਿੱਖ ਓਰੀਜਨ ਦੇ ਨੇ, ਉਹਨਾਂ ਨੇ ਕਦੀ ਆਪਣਾ ਫਰਜ਼ ਸਮਝਿਆ ਕਿ ਸਾਨੂੰ ਇਹ ਗੱਲ ਉਠਾਉਣੀ ਚਾਹੀਦੀ ਆ। ਜਿਵੇਂ ਪਾਕਿਸਤਾਨ ਬਾਰ-ਬਾਰ ਕਸ਼ਮੀਰ ਦਾ ਇਸ਼ੂ ਯੂਨਾਈਟਿਡ ਨੇਸ਼ਨਸ ਦੇ ਵਿੱਚ ਉਠਾਉਂਦੇ ਨੇ, ਉਹਨਾਂ ਨੇ ਵੀ ਭਾਵੇਂ ਇੰਨੇ ਆਪਣੇ ਸਿੱਖ ਪਾਕਿਸਤਾਨ 'ਚ ਰਹਿੰਦੇ ਨੇ, ਵੈਸਟ ਪੰਜਾਬ ਦੇ ਵਿੱਚ ਰਹਿੰਦੇ ਨੇ, 8 ਤੋਂ 9 ਕਰੋੜ ਪੰਜਾਬੀ ਨੇ, ਕਦੀ ਉਹਨਾਂ ਨੇ ਸਿੱਖਾਂ ਦਾ ਜਿਹੜਾ ਇਸ਼ੂ ਆ ਸਿੱਖ ਕੌਮ ਦਾ, ਉਹਨੂੰ ਕਦੀ ਵੀ ਇਹਨਾਂ ਨੇ ਯੂਨਾਈਟਿਡ ਨੇਸ਼ਨਸ ਜਾਂ ਹੋਰ ਵਰਲਡ ਦੇ ਜਿਹੜੇ ਪਲੇਟਫਾਰਮਸ ਆ ਉਹਨਾਂ ਤੇ ਕਦੀ ਵੀ ਇਹਨਾਂ ਨੇ ਕੋਈ ਕਿਸੇ ਤਰ੍ਹਾਂ ਦਾ ਉਹਦੀ ਹਮਾਇਤ ਦਾ ਪ੍ਰਗਟਾਵਾ ਨਹੀਂ ਕੀਤਾ। ਜਦ ਕਿ ਇੰਡੀਅਨ ਮੀਡੀਆ ਦੇ ਵਿੱਚ ਸਦਾ ਕੋਈ ਵੀ ਜਿਹੜਾ ਇੱਥੇ ਕਨਫਲਿਕਟ ਬਣਦਾ ਹੈਗਾ ਪੰਜਾਬ ਦੇ ਵਿੱਚ, ਜਿਹੜਾ ਸਿੱਖ ਕੌਮ ਨਾਲ ਸੰਬੰਧਿਤ ਆ, ਉਹਨੂੰ ਹਮੇਸ਼ਾ ਇਹ ਪਾਕਿਸਤਾਨ ਦੀ ਇੰਟੈਲੀਜੈਂਸ ਦੇ ਨਾਲ ਜੋੜਦੇ ਨੇ। ਇਹ ਜਿਹੜਾ ਮੀਡੀਆ ਦਾ ਕਨਫਲਿਕਟ ਤੇ ਕਨਫਰੰਟੇਸ਼ਨਲ ਐਟੀਟਿਊਡ ਆ ਹਮੇਸ਼ਾ, ਜਿਹੜਾ ਕਿ ਹਮੇਸ਼ਾ ਸਿੱਖ ਮੁੱਦਿਆਂ ਨੂੰ ਉਹ ਉਸ ਤਰ੍ਹਾਂ ਹੀ ਆਵਾਰਦੇ ਨੇ, ਜਿਹਦੇ ਕਰਕੇ ਸਾਡਾ ਜਿਹੜਾ ਨੈਰੇਟਿਵ ਆ, ਚਾਹੇ ਨੈਸ਼ਨਲੀ ਦੇਖ ਲਓ ਚਾਹੇ ਇੰਟਰਨੈਸ਼ਨਲੀ ਦੇਖ ਲਓ, ਉਹ ਸਿਰਫ ਇਹੀ ਆਉਂਦਾ ਕਿ ਸਿੱਖਸ ਜਿਹੜੇ ਹੈਗੇ ਨੇ ਦੇ ਆਰ ਆਲਵੇਸ ਹੈਵ ਅ ਕਨਫਰੰਟੇਸ਼ਨਲ ਐਟੀਟਿਊਡ। ਇਸ ਕਨਫਰੰਟੇਸ਼ਨਲ ਐਟੀਟਿਊਡ ਨੂੰ ਕਿ ਸਿੱਖ ਹਰ ਟਾਈਮ ਲੜਨ ਨੂੰ ਤਿਆਰ ਰਹਿੰਦੇ ਨੇ, ਖਾੜਕੂ ਸੋਚ ਰੱਖਦੇ ਨੇ, ਇਹਨੂੰ ਆਪਾਂ ਆਪਣੇ ਗਲੋਂ ਕਿਵੇਂ ਲਾ ਸਕਦੇ ਹਾਂ? ਇਸ ਦਿਸ਼ਾਹੀਨ ਦਲੇਰੀ ਨੂੰ ਇੱਕ ਸਹੀ ਡਾਇਰੈਕਸ਼ਨ ਦੇ ਵਿੱਚ ਕਿਵੇਂ ਪਾਇਆ ਜਾ ਸਕਦਾ ਹੈ? ਇਹੋ ਜਿਹੀਆਂ ਬੇਵਕੂਫੀਆਂ ਜਿਹੜੀਆਂ ਅਜਨਾਲੇ ਦੇ ਵਿੱਚ ਹੋਈਆਂ, ਜਿੱਥੇ ਗੁੰਡਾਗਰਦੀ ਕੀਤੀ ਗਈ ਔਰ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾ ਲਿਆ ਗਿਆ, ਇਹ ਅੱਗੇ ਨਾ ਹੋਣ, ਇਹ ਫਿਊਚਰ 'ਚ ਨਾ ਹੋਣ। ਇਹਦੇ ਲਈ ਬਾਕੀ ਕਮਿਊਨਿਟੀ, ਕਿਉਂਕਿ ਇਹ ਵੀ ਬਿਆਨ ਆਇਆ ਜੀ ਕਿ ਪੰਥ ਦੀ ਜਿੱਤ ਹੈ। ਹਾਊ ਕਮ ਪੰਥ ਇਜ਼ ਇਨਵੋਲਵਡ ਇਨਟੂ ਦਿਸ? ਕਿੱਦਾਂ ਰੋਕਿਆ ਜਾ ਸਕਦਾ ਜੀ ਇਸ ਵਿਵਾਦਾਂ ਦੇ ਵਿੱਚ ਰੋਜ਼ ਪੈਣਾ? ਬਾਕੀ ਸਟੇਟਾਂ 'ਚ ਕੰਮ ਕਰਦੇ ਨੇ ਸਿੱਖਾਂ ਦੇ ਬੱਚੇ, ਸਿੱਖ ਆਉਂਦੇ ਜਾਂਦੇ ਨੇ, ਕੱਲ ਨੂੰ ਕੋਈ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ, ਜਾਂ ਜਿਸ ਤਰ੍ਹਾਂ ਹੁਣ ਇੱਕ ਅਜਨਾਲੇ ਦੀ 752 ਦੇ ਪਰਚੇ ਦੇ ਅਰਾਊਂਡ ਝਗੜੇ ਨੂੰ ਹੀ ਪੂਰੇ ਵੱਡੇ ਪੱਧਰ ਤੇ ਜੋੜ ਦਿੱਤਾ ਗਿਆ ਜੀ। ਇਹਨੂੰ ਕਿੱਦਾਂ ਸਿੱਧੇ ਰਾਹ ਪਾਇਆ ਜਾ ਸਕਦਾ ਹੈ? ਇਹ ਜਿਹੜੇ ਹੈ ਨਾ
ਇਹ ਗੈਪਸ ਨੇ ਸਾਡੀ ਐਜੂਕੇਸ਼ਨ ਲੈਵਲ ਦੇ ਵਿੱਚ, ਬਿਕੋਜ਼ ਆਫ ਬੇਸਿਕ ਅੰਡਰਸਟੈਂਡਿੰਗ ਆਪਾਂ ਜਿਹੜੇ ਹੈਗੇ ਉਸ ਗੈਪ ਨੂੰ ਫਿਲ ਨਹੀਂ ਕਰ ਸਕੇ। ਤਾਂ ਹੀ ਮੈਂ ਦੱਸਿਆ ਨਾ ਕਿ ਆਪਾਂ ਨੂੰ ਆਪਣੀਆਂ ਪ੍ਰਾਪਤੀਆਂ ਬਾਰੇ ਪੰਜਾਬ ਦੇ ਬੱਚਿਆਂ ਨੂੰ ਹੀ ਨਹੀਂ ਪਤਾ ਕਿ ਜਿਹੜੀ ਦਿੱਲੀ ਜਿੰਨੀਆਂ ਵੱਡੀਆਂ ਲੈਂਡਮਾਰਕ ਬਿਲਡਿੰਗਸ ਨੇ ਨਾ, ਉਹ ਵੀ ਸਿੱਖ ਪਰਿਵਾਰਾਂ ਦੀਆਂ ਹੀ ਦੇਣ ਨੇ। ਚਾਹੇ ਉਹ ਪ੍ਰੈਜ਼ੀਡੈਂਸ਼ੀਅਲ ਪੈਲਸ ਆ ਆਪਣਾ ਜਿਹੜਾ, ਜਿੱਥੇ ਇੰਡੀਆ ਦਾ ਪ੍ਰੈਜ਼ੀਡੈਂਟ ਰਹਿੰਦਾ ਹੈਗਾ, ਚਾਹੇ ਇੰਡੀਅਨ ਪਾਰਲੀਮੈਂਟ ਦੇਖ ਲਓ, ਕਿਸੇ ਤਰ੍ਹਾਂ ਦਾ ਵੀ ਜੋ ਇਸ ਤਰ੍ਹਾਂ ਦਾ 1947 ਜਾਂ ਉਸ ਤੋਂ ਪਹਿਲੇ ਇਦਾਂ ਦੀਆਂ ਲੈਂਡਮਾਰਕਸ ਉੱਭਰ ਕੇ ਆਏ ਇੰਡੀਆ ਦੇ ਵਿੱਚ, ਉਹਨਾਂ ਪਿੱਛੇ ਸਿੱਖ ਪਰਿਵਾਰਾਂ ਦਾ ਯੋਗਦਾਨ। ਪਰ ਇਸ ਤਰ੍ਹਾਂ ਦੇ ਜਿਹੜੇ ਨੈਰੇਟਿਵਸ ਆ, ਜਿਹੜੇ ਪੋਜ਼ਿਟਿਵ ਐਟੀਟਿਊਡ ਵਾਲੇ ਨੈਰੇਟਿਵਸ ਆ, ਇਹ ਸਾਡੇ ਇਤਿਹਾਸ ਦੇ ਵਿੱਚੋਂ ਮਿਸਿੰਗ ਨੇ, ਸਾਡੀ ਸੋਚ ਵਿੱਚੋਂ ਮਿਸਿੰਗ ਨੇ। ਭਾਵੇਂ ਇੰਨਾ ਲੰਮਾ ਚਿਰ ਪੰਥਕ ਸਰਕਾਰਾਂ ਰਹੀਆਂ ਪੰਜਾਬ 'ਚ, ਉਹ ਕੋਈ ਆਪਣੇ ਸਿਲੇਬਸ ਦੇ ਵਿੱਚ ਇਹ ਨਹੀਂ ਦੱਸ ਸਕੇ ਕਿ ਕਿਸ ਤਰ੍ਹਾਂ ਜਨਰਲ ਹਰੀ ਸਿੰਘ ਨਲਵਾ ਐਕੈਡੈਮਿਕਲੀ ਕਿੰਨੇ ਉਹ ਸ਼ਰੂਰ ਸੀਗੇ ਤੇ ਕਿੰਨੇ ਸਿਆਣੇ ਸੀ, ਕਿਵੇਂ ਉਹਨਾਂ ਕੋਲੇ ਗਿਆਨ ਸੀਗਾ। ਆਪਾਂ ਸਿਰਫ ਉਹਨਾਂ ਦੀ ਜੰਗੀ ਇਤਿਹਾਸ ਬਾਰੇ ਹੀ ਜਾਣਦੇ ਹਾਂ। ਉਹਨਾਂ ਦਾ ਜਿਹੜਾ ਪੜ੍ਹਿਆ ਲਿਖਿਆ ਹੈਗਾ ਇਤਿਹਾਸ, ਉਹਦੇ ਬਾਰੇ ਆਪਣੇ ਬੱਚਿਆਂ ਨੂੰ ਨਹੀਂ ਪਤਾ ਤੇ ਨਾ ਹੀ ਕਦੀ ਦੱਸਿਆ ਜਾਂਦਾ। ਇਹ ਚੀਜ਼ਾਂ ਜਾ ਕੇ ਅਮਰੀਕਾ ਦੇ ਵਿੱਚ ਜਾ ਕੇ ਮੈਨੂੰ ਪਤਾ ਲੱਗਿਆ, ਜਦੋਂ ਮੈਂ ਸਿਵਿਕ ਸੈਂਸ ਦੇ ਬਾਰੇ ਪੜ੍ਹਨਾ ਤੇ ਸਮਝਣਾ ਚਾਹਿਆ ਕਿ ਕਿੰਨਾ ਮੈਟਰ ਕਰਦੀਆਂ ਨੇ ਇਹ ਚੀਜ਼ਾਂ, ਤੇ ਕਿੰਨਾ ਇਹ ਪ੍ਰਭਾਵ ਪਾ ਸਕਦੀਆਂ ਨੇ ਆਪਣੇ ਬੱਚਿਆਂ ਤੇ ਆਪਣੇ ਜਿਹੜੇ ਇੱਥੇ ਜਿਹੜਾ ਐਜੂਕੇਸ਼ਨ ਲੈਵਲ ਦੇ ਵਿੱਚ, ਜਦ ਤੱਕ ਆਪਾਂ ਸਮਝਾਂਗੇ ਨਹੀਂ ਕਿ ਜਿਹੜੀ ਐਜੂਕੇਸ਼ਨ ਆ ਇਹ ਬੇਸਿਕ ਫੈਕਟਰ ਹੋਣਾ ਚਾਹੀਦਾ ਕਿਸੇ ਵੀ ਇੰਡੀਵਿਜੂਅਲ ਦੀ ਲਾਈਫ ਵਿੱਚ। ਐਜੂਕੇਸ਼ਨ ਡਜ਼ਨਟ ਮੀਨ ਕਿ ਤੁਸੀਂ ਐਕੈਡੈਮਿਕ ਕੁਆਲੀਫਿਕੇਸ਼ਨਸ ਹਾਸਲ ਕਰ ਰਹੇ ਆ ਜਾਂ ਡਿਗਰੀਆਂ ਹਾਸਲ ਕਰ ਰਹੇ ਆ। ਐਜੂਕੇਸ਼ਨ ਮੀਨਸ ਕਿ ਤੁਹਾਨੂੰ ਹੋਲਿਸਟਿਕਲੀ ਕਿੰਨਾ ਆਪਣੇ ਆਲੇ ਦੁਆਲੇ ਬਾਰੇ, ਆਪਣੀ ਜਿਹੜੀ ਹੈਗੀ ਆ ਤੁਹਾਡੀਆਂ ਸੈਲਫ ਰਿਸਪੌਂਸਿਬਿਲਿਟੀਜ਼ ਨੇ, ਕਿਸ ਤਰ੍ਹਾਂ ਤੁਸੀਂ ਸਮਾਜ ਵਿੱਚ ਵਿਚਰਨਾ ਤੇ ਕਿਵੇਂ ਪੋਜ਼ਿਟਿਵਲੀ ਤੁਸੀਂ ਸਮਾਜ ਨੂੰ ਕੰਟਰੀਬਿਊਟ ਕਰ ਸਕਦੇ ਹੋ। ਆਖਰੀ ਸਵਾਲ ਪੁੱਛਾਂਗੀ ਸਰ ਇਸ ਮਸਲੇ ਦੇ ਨਾਲ ਕਿ ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਕਾਰਵਾਈ ਹੋਏਗੀ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਥਾਣੇ ਨੂੰ ਸੀਜ਼ ਕੀਤਾ ਸੀ। ਕੀ ਉਮੀਦ ਹੈ ਸਰ? ਲੈਟਸ ਹੋਪ ਸੋ ਕਿ ਉਹਨਾਂ ਨੂੰ ਕਰਨਾ ਚਾਹੀਦਾ। ਜੇ ਪੁਲਿਸ ਨੇ ਆਪਣੀ ਅਥਾਰਟੀ ਇੱਥੇ ਵੀ ਨਾ ਉਹ ਦੱਸ ਸਕੇ ਤਾਂ ਇਹਦਾ ਮਤਲਬ ਹੈ ਕਿ ਇੰਡੀਵਿਜੂਅਲ ਜਿਹੜੇ ਇੱਥੇ ਰਹਿ ਰਹੇ ਨੇ ਪੰਜਾਬ 'ਚ, ਚਾਹੇ ਮੈਂ ਆ ਚਾਹੇ ਤੁਸੀਂ ਆ, ਇਹਦੇ ਵਿੱਚ ਜਿਹੜਾ ਫੇਅਰ ਸਾਈਕੋਸਿਸ ਕ੍ਰੀਏਟ ਹੁੰਦਾ ਇੱਦਾਂ ਦੀਆਂ ਕਨਫਰੰਟੇਸ਼ਨਲ ਇਨਸੀਡੈਂਟਸ ਦੇ ਨਾਲ, ਉਹਦੇ ਵਿੱਚ ਇਹ ਜ਼ਰੂਰਤ ਆ ਕਿ ਪੁਲਿਸ ਜਿਹੜੀ ਆ ਡਿਸਿਸਿਵਲੀ ਐਕਟ ਕਰੇ, ਬਟ ਵਿਦਨ ਦਾ ਫਰੇਮਵਰਕ ਆਫ ਲਾਅ। ਕਿਉਂਕਿ ਪੰਜਾਬ ਪੁਲਿਸ ਦੇ ਨਾਲ ਇੱਦਾਂ ਦਾ ਇਤਿਹਾਸ ਵੀ ਜੁੜਿਆ ਹੋਇਆ ਕਿ ਇਹਨਾਂ ਨੇ ਬਹੁਤ ਬੇਲੋੜਾ ਇੱਥੇ ਜਿਹੜੇ ਸਟੈਪਸ ਚੱਕੇ ਨੇ ਜਿਹਦੇ ਨਾਲ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਹੋਏ ਨੇ। ਸਰ, ਸਟੇਟ ਦੇ ਚੁਣੇ ਹੋਏ ਨੁਮਾਇੰਦਾ ਮੁੱਖ ਮੰਤਰੀ ਜਿਹਨੂੰ ਲੋਕਾਂ ਨੇ ਚੁਣਿਆ, 92 ਸੀਟਾਂ ਦਿੱਤੀਆਂ, ਇੱਥੇ ਕੋਈ ਜੋ ਉਹਨਾਂ ਨੇ ਆਪਣੀ ਚੁੱਪੀ ਸਾਧੀ ਹੋਈ ਆ, ਵੈਸੇ ਕੋਈ ਕਲੀਅਰ ਕੱਟ ਉਹਨਾਂ ਦੀ ਸਟੇਟਮੈਂਟ ਸਾਹਮਣੇ ਨਹੀਂ ਆਈ, ਕਿਵੇਂ ਤੁਸੀਂ ਉਹਨਾਂ ਦੀ ਭੂਮਿਕਾ ਨੂੰ ਵਿੱਚ ਕਿਵੇਂ ਦੇਖਦੇ ਹੋ ਸਰ? ਮੇਰਾ ਖਿਆਲ ਹੀ ਇਜ਼ ਰਨਿੰਗ ਅਵੇ ਫਰੋਮ ਹਿਜ਼ ਰਿਸਪੌਂਸਿਬਿਲਿਟੀਜ਼। ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਰੇ ਹਟ ਰਿਹਾ ਕਿ ਬੜਾ ਸਿਲੈਕਟਿਵਲੀ ਚੱਲ ਰਿਹਾ। ਜਦ ਕਿ ਜਦੋਂ ਅਜਨਾਲੇ ਇੰਸੀਡੈਂਟ ਹੋਇਆ ਤਾਂ ਚੀਫ ਮਿਨਿਸਟਰ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ ਅਸ਼ੋਰ ਕਰਨ ਲਈ, ਉਹਨਾਂ ਦੇ ਵਿੱਚ ਸੈਂਸ ਆਫ ਜਿਹੜਾ ਸੀਗਾ, ਇੱਕ ਕੌਨਫੀਡੈਂਸ ਬਿਲਡ ਕਰਨ ਲਈ, ਇੱਕ ਆਪਣੇ ਮਨਾਂ ਦੇ ਵਿੱਚ ਸੁਰੱਖਿਅਤ ਭਾਵਨਾ ਨੂੰ ਬਣਾਉਣ ਲਈ ਚੀਫ ਮਿਨਿਸਟਰ ਪੰਜਾਬ ਨੂੰ ਇੰਸਟੈਡ ਆਫ ਡਾਇਰੈਕਟਰ ਜਨਰਲ ਪੁਲਿਸ ਇਹ CM ਭਗਵੰਤ ਮਾਨ ਨੂੰ ਪ੍ਰੈਸ ਕਾਨਫਰੰਸ ਰਾਹੀਂ ਲੋਕਾਂ ਨੂੰ ਅਸ਼ੋਰ ਕਰਨਾ ਚਾਹੀਦਾ ਸੀ ਕਿ ਉਹਨਾਂ ਦੇ ਜੋ ਵੀ ਮਨਾਂ ਦੇ ਵਿੱਚ ਫੇਅਰ ਸਾਈਕੋਸਿਸ ਕ੍ਰੀਏਟ ਹੋਇਆ, ਕਿਉਂਕਿ ਜਦੋਂ ਵੀ ਇੱਦਾਂ ਦੀਆਂ ਕਨਫਰੰਟੇਸ਼ਨਲ ਬੇਲੋੜੀਆਂ ਈਵੈਂਟਸ ਹੋਣਗੀਆਂ ਤੇ ਇਹ ਸੁਭਾਵਿਕ ਆ ਕਿ ਜਿਹੜੇ ਲੋਕਾਂ ਦੇ ਮਨਾਂ ਵਿੱਚ ਇੱਕ ਭੈ ਜ਼ਰੂਰ ਕਿਤੇ ਨਾ ਕਿਤੇ ਆਉਂਦਾ ਹੈਗਾ ਤੇ ਉਹ ਮਹਿਸੂਸ ਵੀ ਕਰਦੇ ਨੇ। ਤੇ ਇਹਦੇ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਦੇ ਨਾਲ ਜਿਹੜੀ ਪੰਜਾਬ ਦੀ ਪਿਕਚਰ ਆ ਉਹ ਬਾਕੀ ਸੂਬਿਆਂ 'ਚ ਜਾਂ ਇੰਟਰਨੈਸ਼ਨਲੀ ਉਹਦੇ ਬੜਾ ਮਤਲਬ ਕਿ ਨੈਗੇਟਿਵਿਟੀ ਆਉਂਦੀ ਆ। ਜੀ ਸਰ,
ਅੱਗੇ ਵਧਦੇ ਹਾਂ ਜੀ, ਆਪਾਂ ਇੰਟਰਨੈਸ਼ਨਲ ਪੱਧਰ ਤੇ ਯੂਕਰੇਨ ਰਸ਼ੀਆ ਵਾਰ ਦੀ ਗੱਲ ਕਰਦੇ ਹਾਂ ਜੀ। 1 ਸਾਲ ਹੋ ਗਿਆ। ਕਿਵੇਂ ਵੇਖਦੇ ਹੋ ਤੁਸੀਂ ਪੂਰੀ ਵਾਰ ਨੂੰ? ਕੀ ਨੁਕਸਾਨ ਸਹਿ ਰਹੀ ਹੈ ਦੁਨੀਆ ਇਸ ਚੀਜ਼ ਦਾ ਸਰ? ਕਿਵੇਂ ਭਰਪਾਈ ਕੀਤੀ ਜਾਏਗੀ ਇਸ ਨੁਕਸਾਨ ਦੀ? ਅਮਰੀਕਾ ਦਾ ਕੀ ਰੋਲ ਹੈ ਜੀ? ਪ੍ਰੈਜ਼ੀਡੈਂਟ ਬਾਈਡਨ ਕਿਹਾ ਜਾਂਦਾ ਹੈ ਕਿ ਸਰਪ੍ਰਾਈਜ਼ ਵਿਜ਼ਿਟ ਦੇ ਉੱਤੇ ਯੂਕਰੇਨ ਗਏ। ਅਮਰੀਕਾ ਵੱਲੋਂ ਹੀ ਇੱਕ ਤਰ੍ਹਾਂ ਦੇ ਨਾਲ ਨਾਟੋ ਦੇ ਨਾਲ ਜੋੜ ਕੇ ਜਦੋਂ ਆਪਾਂ ਚੀਜ਼ਾਂ ਨੂੰ ਦੇਖਦੇ ਹਾਂ, ਤਾਂ ਇਹ ਯੂਕਰੇਨ ਰਸ਼ੀਆ ਵਾਰ ਉਵੇਂ ਹੀ ਸਟਾਰਟ ਹੋਈ ਸੀ। ਬੇਸਿਕਲੀ ਕਦੀ-ਕਦੀ ਐਵੇਂ ਲੱਗਦਾ ਹੈ ਕਿ ਜਿਹੜੇ ਪੁਤਿਨ ਹੈ, ਪੁਤਿਨ ਅਸਲ ਦੇ ਵਿੱਚ ਕਰਨਾ ਤਾਂ ਅਟੈਕ ਅਮਰੀਕਾ ਨੂੰ ਚਾਹ ਰਿਹਾ, ਪਰ ਅਮਰੀਕਾ ਨੂੰ ਕਰਨ ਦੀ ਬਜਾਏ ਯੂਕਰੇਨ ਤੇ ਅਟੈਕ ਕਰਕੇ ਉਹ ਅਮਰੀਕਾ ਨੂੰ ਕੋਈ ਨਾ ਕੋਈ ਸਬਕ ਸਿਖਾਉਣ ਦੀ ਕੋਸ਼ਿਸ਼ ਕਰਦੇ ਆ। ਇਸ ਤਿੱਗੜੀ ਨੂੰ, ਇਸ ਲੜਾਈ ਨੂੰ ਕਿਵੇਂ ਦੇਖੀਏ ਸਰ? ਇਹ ਜਿਹੜੀ ਵਾਰ ਹੈ ਨਾ, ਆਈਡੀਆ ਆਫ ਫਾਈਟਿੰਗ ਵਾਰ ਓਵਰ ਟੈਰੀਟਰੀਜ਼, ਕਿ ਕੋਈ ਉੱਥੇ ਜ਼ਮੀਨਾਂ ਹਥਿਆਉਣ ਕਰਕੇ ਐਡੀ ਵੱਡੀ ਲੜਾਈ ਛੇੜ ਦੇਣਾ, ਇਹ ਅੱਜ ਦੇ ਯੁੱਗ ਵਿੱਚ ਵੈਸੇ ਬੜੀ ਮੀਨਿੰਗਲੈਸ ਥਾਟ ਆ, ਜਿਹਨੂੰ ਕਿ ਪਰਸੂ ਕਰ ਰਿਹਾ ਰਸ਼ੀਅਨ ਅੰਪਾਇਰ। ਇਹ 1 ਸਾਲ ਦੇ ਦੌਰਾਨ ਉਹਨਾਂ ਨੇ ਟੈਰੀਟੋਰੀਅਲ ਵਾਈਜ਼ ਪਹਿਲੇ ਮਾਰਚ 2022 ਦੇ ਵਿੱਚ 22% ਲੈਂਡ ਜਿਹੜਾ ਸੀ ਉਹਨਾਂ ਨੇ ਆਕੂਪਾਈ ਕਰ ਲਿਆ ਸੀ, ਪਰ ਉਹ ਅਲਟੀਮੇਟਲੀ ਯੂਕਰੇਨ ਦੇ ਅਫੈਂਸਿਵ ਕਰਕੇ, ਉੱਥੋਂ ਦੇ ਲੋਕਾਂ ਦੀ ਵਿਲ ਪਾਵਰ ਕਰਕੇ ਉਹਨਾਂ ਨੇ ਤਕਰੀਬਨ 5% ਜਿਹੜਾ ਲੈਂਡ ਆ ਉਹ ਛੜਾ ਕੇ ਹੁਣ ਰਸ਼ੀਆ ਦਾ 17% ਲੈਂਡ ਤੇ ਯੂਕਰੇਨ ਤੇ ਉਹਨਾਂ ਦਾ ਕਬਜ਼ਾ, ਉਹਨਾਂ ਨੇ ਉਹ ਆਕੂਪਾਈ ਕਰ ਲਿਆ ਹੋਇਆ। ਇਹ ਤਾਂ ਹੈਗੀ ਰਸ਼ੀਆ ਦੀ ਪ੍ਰਾਪਤੀ। ਹੁਣ ਜਿਹੜਾ ਕੱਲ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਵਿੱਚ ਇੱਕ ਮਤਾ ਪਿਆ ਟੂ ਕੰਡੈਮ ਰਸ਼ੀਅਨ ਦੀ ਜਿਹੜੀਆਂ ਪਾਲਿਸੀਜ਼ ਆਫ ਵਾਰ ਨੇ, ਉਹਦੇ ਵਿੱਚ 141 ਕੰਟਰੀਜ਼ ਨੇ ਉਸ ਮਤੇ ਦੀ ਹਮਾਇਤ ਕੀਤੀ ਹੈਗੀ ਆ। 3 ਕੰਟਰੀਜ਼ ਨੇ ਜਿਹੜਾ ਉਹਦੇ ਖਿਲਾਫ ਰਹੇ ਨੇ, ਤੇ ਅਰਾਊਂਡ 32 ਕੰਟਰੀਜ਼ ਜਿਹੜੇ ਉਹ ਐਬਸਟੇਨ ਕੀਤਾ ਉਹਨਾਂ ਨੇ, ਉਹਦੇ ਵਿੱਚ ਇੰਡੀਆ ਵੀ ਸ਼ਾਮਲ ਆ। ਇੰਡੀਆ ਨੇ ਰਿਪੀਟਡਲੀ ਇਸ ਵਾਰ ਦੇ ਵਿੱਚ ਜੋ ਭੂਮਿਕਾ ਨਿਭਾਉਣੀ ਚਾਹੀਦੀ ਸੀ ਉਹਦੇ ਤੋਂ ਆਪਣੀ ਰਿਸਪੌਂਸਿਬਿਲਿਟੀ ਤੋਂ ਪਿੱਛੇ ਹਟਦੇ ਰਹੇ ਨੇ, ਜਿਹਦੀ ਕਿ ਰੀਸੈਂਟ ਐਗਜ਼ਾਮਪਲ ਕੱਲ ਦੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਜਿਹੜਾ ਮਤਾ ਆਇਆ ਸੀ ਉਹਦੇ ਤੋਂ ਸਾਹਮਣੇ ਆਉਂਦੀ ਹੈ। ਕਿਉਂਕਿ ਇੰਡੀਆ ਵੀ ਉਹਨਾਂ 32 ਕੰਟਰੀਜ਼ ਦੇ ਵਿੱਚ ਆ ਜਿਨ੍ਹਾਂ ਨੇ ਐਬਸਟੇਨ ਕੀਤਾ, ਪਰ ਇੰਡੀਆ ਦੀ ਕਿਉਂਕਿ ਹੁਣ ਇਹਨਾਂ ਕੋਲੇ ਇਸ ਟਾਈਮ ਤੇ G20 ਜਿਹੜਾ ਬਹੁਤ ਪਾਵਰਫੁਲ ਗਰੁੱਪ ਆ ਵਰਲਡ ਦੇ ਵਿੱਚ ਨੇਸ਼ਨਸ ਦਾ, ਉਹਦੇ ਪ੍ਰੈਜ਼ੀਡੈਂਟ ਇਸ ਟਾਈਮ ਤੇ ਇੰਡੀਆ ਹੈਗਾ। ਸੋ ਉਸ ਦੇ ਮੱਦੇ ਨਜ਼ਰ ਇੰਡੀਆ ਦੀ ਹੁਣ ਰਿਸਪੌਂਸਿਬਿਲਿਟੀ ਜ਼ਿਆਦਾ ਸੀ ਕਿ ਇਹ ਕਿਸੇ ਤਰ੍ਹਾਂ ਵੀ ਡਿਸਿਸਿਵਲੀ ਐਕਟ ਕਰਦੇ, ਪਰ ਇੰਡੀਆ ਦੇ ਰਸ਼ੀਆ ਦੇ ਨਾਲ ਬਹੁਤ ਸਟ੍ਰੈਟਜਿਕ ਇੰਟਰਸਟ ਨੇ। ਇੰਡੀਆ ਨੂੰ ਉੱਥੋਂ ਆਇਲ ਮਿਲ ਰਿਹਾ ਹੈਗਾ ਐਟ ਚੀਪਰ ਰੇਟਸ, ਤੇ ਬਾਕੀ ਆਰਨਾਮੈਂਟਸ ਵੀ ਬਹੁਤ ਹੱਦ ਤੱਕ ਮਿਲਟਰੀ ਦੇ ਉਹ ਰਸ਼ੀਆ ਦੇ ਨਾਲ ਇਹਨਾਂ ਦੀਆਂ ਡੀਲਿੰਗਸ ਨੇ। ਜਿਹੜੀ ਵਾਰ ਦੀ ਹੈਗੀ ਗੱਲ, ਵਾਰ ਦੇ ਵਿੱਚ ਜਿਹੜਾ ਫਾਲ ਆਊਟ ਹੋਈ ਹੈਗੀ US ਪ੍ਰੈਜ਼ੀਡੈਂਟ ਦੇ ਵਿਜ਼ਿਟ ਦੀ, ਜਦੋਂ ਯੂਕਰੇਨ ਗਏ ਨੇ ਰੀਸੈਂਟਲੀ, ਉਹਦੇ 'ਚ ਹੋਇਆ ਕਿ ਰਸ਼ੀਆ ਤੇ US ਦੇ ਵਿੱਚ 2010 ਤੋਂ ਇੱਕ ਨਿਊਕਲੀਅਰ ਟ੍ਰੀਟੀ ਸਾਈਨ ਹੋਈ ਸੀ, ਜਿਹਦੇ ਨਾਲ ਇਹ ਹੋਇਆ ਸੀ ਕਿ ਕੋਈ ਵੀ ਫਰਦਰ ਨਿਊਕਲੀਅਰ ਟੈਸਟਿੰਗ ਨਹੀਂ ਹੋਊਗੀ, ਤੇ ਹੌਲੀ ਹੌਲੀ ਆਪਾਂ ਜਿਹੜਾ ਨਿਊਕਲੀਅਰ ਵੈਪਨਸ ਨੇ ਇਹਨਾਂ ਨੂੰ ਫੇਜ਼ ਆਊਟ ਕਰਾਂਗੇ। ਪਰ ਹੁਣ ਜਦੋਂ ਇਹ ਕੀਵ ਜਾ ਕੇ ਆਏ ਨੇ US ਪ੍ਰੈਜ਼ੀਡੈਂਟ, ਉਸ ਤੋਂ ਬਾਅਦ ਰਸ਼ੀਅਨ ਪ੍ਰੈਜ਼ੀਡੈਂਟ ਨੇ ਉਹ ਜਿਹੜੀ ਨਿਊ ਸਟਾਰਟ ਟ੍ਰੀਟੀ ਸੀਗੀ, ਨਿਊਕਲੀਅਰ ਟ੍ਰੀਟੀ, ਉਹਨੂੰ ਸਸਪੈਂਡ ਕਰਤਾ ਹੈਗਾ। ਤੇ ਇਹਦੇ ਨਾਲ ਇਹ ਵੀ ਸੰਭਾਵਨਾ ਹੈਗੀ ਆ ਕਿ ਰਸ਼ੀਆ ਹੁਣ ਦੁਬਾਰਾ ਨਿਊਕਲੀਅਰ ਟੈਸਟਿੰਗ ਵੱਲ ਵਧੂਗਾ। ਤੇ ਇਹ ਵੀ ਉਹਨਾਂ ਨੇ ਥ੍ਰੈਟ ਦਿੱਤੀ ਆ ਕਿ ਅਲਟੀਮੇਟਲੀ ਜੇ ਸਾਨੂੰ ਮਜਬੂਰ ਕਰੂਗਾ ਵੈਸਟ, ਤਾਂ ਅਸੀਂ ਨਿਊਕਲੀਅਰ ਅਟੈਕ ਵੀ ਕਰ ਸਕਦੇ ਹਾਂ, ਜਿਹਦੀ ਕਿ ਜਿਹੜੀ ਸ਼ੈਡੋ ਹੈਗੀ ਆ ਉਹ ਸਾਰੇ ਯੂਰਪ ਤੇ ਅੱਜ ਵੀ ਮੌਜੂਦ ਆ। ਪਰ ਜਿੱਥੋਂ ਤੱਕ ਯੂਰਪੀਅਨ ਯੂਨੀਅਨ ਦਾ ਕੰਸਰਨ ਆ, ਜਿਹੜੇ ਨੈਟੋ ਅਲਾਇੰਸ ਦਾ ਕੰਸਰਨ ਆ, ਕਿ ਉਹ ਮੁਲਕਾਂ ਦਾ ਹੀ ਪਹਿਲੇ 40% ਦੇ ਕਰੀਬ ਡਿਪੈਂਡੈਂਸੀ ਸੀਗੀ ਰਸ਼ੀਅਨ ਦੀ ਗੈਸ ਤੇ ਹੋਰ ਜਿਹੜੀਆਂ એનર્ਜੀ ਸਪਲਾਈ ਸੀਗੀਆਂ। ਪਰ ਹੁਣ ਇਹਨਾਂ ਨੇ ਵੇ ਆਊਟ ਲੱਭ ਕੇ ਉਹ ਜਿਹੜੀ ਡਿਪੈਂਡੈਂਸ ਹੈਗੀ ਉਹ ਤਕਰੀਬਨ 17% ਤੋਂ ਵੀ ਘੱਟ ਕਰ ਲਈ ਹੈਗੀ ਆ, ਜਿਹਦੇ ਕਰਕੇ ਹੁਣ ਇੱਕ ਤਰ੍ਹਾਂ ਨਾਲ ਯੂਰਪ ਆਪਣੇ ਆਪ ਨੂੰ ਥੋੜਾ ਉਸ ਤੋਂ ਸੈਲਫ ਅਸ਼ੋਰਡ ਫੀਲ ਕਰ ਰਿਹਾ ਹੈਗਾ। ਪਰ ਜਿੱਥੋਂ ਤੱਕ ਨਿਊਕਲੀਅਰ ਥ੍ਰੈਟ ਦਾ ਸਵਾਲ ਆ, ਉਹ ਅੱਜ ਵੀ ਬਰਕਰਾਰ ਹੈਗਾ, ਕਿਉਂਕਿ ਇਹ ਰੀਸੈਂਟ ਹੀ ਸਟੇਟਮੈਂਟ ਆਈ ਆ ਮਿਸਟਰ ਪੁਟਿਨ ਦੀ। ਤੇ ਇੱਕ ਜਿਹੜਾ ਚਾਈਨਾ ਦਾ ਰੋਲ ਆ, ਹੁਣ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ
ਮਿਸਟਰ ਜੀ, ਉਹਨਾਂ ਨੇ ਹੁਣ ਰਸ਼ੀਆ ਦਾ ਵਿਜ਼ਿਟ ਕਰਨਾ ਹੈਗਾ ਤੇ ਉਹਨਾਂ ਨੇ ਕੁਝ ਆਰਮਾਮੈਂਟਸ ਵੈਪਨਸ ਉਹ ਵੀ ਰਸ਼ੀਆ ਨੂੰ ਦੇਣ ਦਾ ਉਹਨਾਂ ਨੇ ਵਾਅਦਾ ਕੀਤਾ ਹੈਗਾ। ਤੇ ਇਸ ਨਾਲ ਜਿਹੜਾ ਹੈਗਾ ਜਿਹੜਾ ਇੱਕ ਬਲੌਕ ਆ, ਬਹੁਤ ਪਾਵਰਫੁਲ ਬਲੌਕ ਆ ਵਰਲਡ ਦੇ ਵਿੱਚ, ਉਹ ਇੱਕ ਤਰ੍ਹਾਂ ਨਾਲ ਇਕੱਠਾ ਹੁੰਦਾ ਦਿਖਾਈ ਦੇ ਰਿਹਾ। ਤੇ ਦੂਜੇ ਪਾਸੇ ਵੈਸਟ ਹੈਗਾ, ਤੇ ਵੈਸਟ ਦੀ ਜਿਹੜੀ ਅਲਾਇੰਸ ਹੈਗੀ ਆ, ਜਦੋਂ ਇਹ ਵਾਰ ਸ਼ੁਰੂ ਹੋਈ ਆ ਉਦੋਂ ਜਿਹੜੇ ਪੋਪ ਨੇ ਰੋਮਨ ਜਿਹੜੇ ਕ੍ਰਿਸਚਨ ਦੇ ਹੈਡ ਨੇ, ਉਹ ਜਿਹੜੇ ਫਰਾਂਸਿਸ ਨੇ, ਉਹਨਾਂ ਦਾ ਬਿਆਨ ਆਇਆ ਸੀ ਕਿ ਇਹ ਵਾਰ ਤਾਂ ਹੋਈ ਆ ਕਿ ਵੈਸਟਰਨ ਵਰਲਡ ਨੇ ਰਸ਼ੀਆ ਨੂੰ ਇੰਨਾ ਜ਼ਿਆਦਾ ਪ੍ਰਵੋਕ ਕਰਤਾ ਕਿ ਅਲਟੀਮੇਟਲੀ ਉਹਨਾਂ ਨੂੰ ਅਗਰੈਸ਼ਨ ਵਿੱਚ ਆਉਣਾ ਪਿਆ। ਤੇ ਉਹਨਾਂ ਦੀ ਕਿਉਂਕਿ ਜਿਹੜੀ ਪੋਪ ਵੱਲੋਂ ਕੋਈ ਵੀ ਸਟੇਟਮੈਂਟ ਆਉਂਦੀ ਆ, ਭਾਵੇਂ ਉਹਦੀਆਂ ਹੁੰਦੀਆਂ ਮੋਰਲ ਗਰਾਊਂਡਸ ਨੇ, ਪਰ ਉਹਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਆ, ਖਾਸ ਕਰਕੇ ਵੈਸਟਰਨ ਵਰਲਡ ਦੇ ਵਿੱਚ। ਜੀ, ਦੁਨੀਆ ਦੀ ਪੋਲਿਟਿਕਸ ਤੇ ਬਾਕੀ ਦੇਸ਼ਾਂ ਦੀ ਜੀਓਪੋਲਿਟਿਕਸ ਤੇ ਵੀ ਇਹਦਾ ਅਸਰ ਪਏਗਾ ਸਰ? ਇਹਦੇ ਨਾਲ ਇਹ ਆ ਵੀ ਇੱਕ ਤਾਂ ਜਿਹੜੀ ਨੈਸ਼ਨਲਿਜ਼ਮ ਹੈਗੀ ਆ ਉਹ ਹਾਈਪਰ ਨੈਸ਼ਨਲਿਜ਼ਮ ਦੇ ਵਿੱਚ ਬਦਲਦੀ ਦਿਖਾਈ ਦੇ ਰਹੀ ਹੈਗੀ ਆ। ਤੇ ਇਹਦੇ ਨਾਲ ਜੇ ਕੋਈ ਧਿਰ ਖੁਸ਼ ਹੈਗੀ ਇਸ ਵਾਰ ਨਾਲ, ਤਾਂ ਉਹ ਹੈਗੀ ਆ ਜਿਹੜੀਆਂ ਵੈਪਨ ਕੰਪਨੀਆਂ ਨੇ, ਵੈਪਨ ਬਣਾਉਣ ਵਾਲੀਆਂ। ਤੁਸੀਂ ਯੂਰਪ ਵਿੱਚ ਵੀ ਦੇਖ ਲਓ, ਜਰਮਨੀ ਨੇ ਵੀ ਆਪਣੀ ਆਰਮ ਇੰਡਸਟਰੀ ਨੂੰ ਹੋਰ ਫੰਡਿੰਗ ਕੀਤੀ ਹੈਗੀ ਆ, ਇਸੇ ਤਰ੍ਹਾਂ ਪੋਲੈਂਡ ਨੇ, ਚੈਕ ਰਿਪਬਲਿਕ ਨੇ, ਕਿਉਂਕਿ ਵੈਸਟ ਦੇ ਜਿਹੜਾ ਵੈਪਨਸ ਨੇ, ਚਾਹੇ ਅਮਰੀਕਨ ਵੈਪਨਸ ਨੇ, ਉਹਨਾਂ ਨੇ ਕਾਫੀ ਡਿਸਿਸਿਵਲੀ ਫਰਕ ਪਾਇਆ ਹੈਗਾ ਯੂਕਰੇਨ ਦੇ ਡਿਫੈਂਸ ਦੇ ਵਿੱਚ। ਕਿਉਂਕਿ ਇਹ ਜਾਪਾਨ ਵਰਗੀਆਂ ਪੈਸੀਫਿਸਟ ਕੰਟਰੀਜ਼ ਨੇ ਵੀ ਸਰ ਆਪਣੀ ਡਿਫੈਂਸ ਨੀਤੀ ਨੂੰ ਬਦਲਿਆ। ਹਾਂ, ਬਿਲਕੁਲ ਬਦਲਿਆ। ਇਹਦੇ ਨਾਲ ਮੈਂ ਹੀ ਕਹਿੰਦਾ ਕਿ ਨੈਸ਼ਨਲਿਜ਼ਮ ਨੂੰ ਇੱਕ ਤਾਂ ਬੜਾਵਾ ਮਿਲਿਆ, ਇੱਕ ਜਿਹੜੀ ਆਮ ਇੰਡਸਟਰੀ ਸੀਗੀ ਉਹਨਾਂ ਨੂੰ ਵੀ ਇੱਕ ਜਿਹੜਾ ਆਪਣਾ ਮਤਲਬ ਕਿ ਪ੍ਰੋਫਿਟ ਮਾਰਜਨਸ ਵਧਾਉਣ ਦਾ ਮੌਕਾ ਮਿਲਿਆ। ਤੇ ਇਸ ਦੇ ਨਾਲ ਜਿਹੜੀ ਵੈਪਨ ਪੁਸ਼ ਹੋ ਰਹੇ ਹੈਗੇ ਯੂਕਰੇਨ ਦੇ ਵਿੱਚ, ਉਹ ਅਲਟੀਮੇਟਲੀ, ਕਿਉਂਕਿ ਇਹ ਵਾਰ ਹਜੇ ਐਂਡ ਹੁੰਦੀ ਦਿਖਾਈ ਨਹੀਂ ਦੇ ਰਹੀ, ਕਿਉਂਕਿ ਰਸ਼ੀਆ ਦਾ ਏਮ ਹੈਗਾ ਕਿ ਅਸੀਂ ਟੋਟਲੀ ਯੂਕਰੇਨ ਨੂੰ ਆਕੂਪਾਈ ਕਰਨਾ ਹੈਗਾ। ਉਹਨਾਂ ਨੇ ਕ੍ਰਾਈਮੀਆ ਦਾ ਹਿੱਸਾ ਤਾਂ ਲੈ ਹੀ ਲਿਆ, ਜਿਹੜਾ ਇੱਕ ਲਾਸਟ ਬ੍ਰਿਜ ਵੀ ਰਹਿੰਦਾ ਸੀ ਜਿਹਦੇ ਨਾਲ ਬਾਏ ਰੋਡ ਕਨੈਕਸ਼ਨ ਹੁੰਦਾ ਸੀ ਕ੍ਰਾਈਮੀਆ ਦਾ, ਕਿਉਂਕਿ ਕ੍ਰਾਈਮੀਆ ਇੱਕ ਇੱਦਾਂ ਦਾ ਮਤਲਬ ਕਿ ਖਿੱਤਾ ਹੈਗਾ ਜਿਹਦੇ ਰਾਹੀਂ ਰਸ਼ੀਆ ਦੀ ਡਾਇਰੈਕਟ ਲਿੰਕ ਬਣਦਾ ਵਰਲਡ ਨਾਲ ਥਰੂ ਸੀ, ਕਿਉਂਕਿ ਉੱਥੇ ਬਲੈਕ ਸੀ ਹੈਗਾ। ਉਹਦੇ ਨਾਲ ਉਹਨਾਂ ਨੂੰ ਕਾਫੀ ਮਤਲਬ ਕਿ ਵਧੀਆ ਇੱਕ ਸੀ ਰੂਟ ਮਿਲਦਾ ਹੈਗਾ। ਉਹ ਉਹਨਾਂ ਨੇ ਬ੍ਰਿਜ ਜਿਹੜਾ ਸੀਗਾ ਉਹ ਆਕੂਪਾਈ ਕਰ ਲਿਆ ਦੁਬਾਰਾ। ਇਹਦੇ ਨਾਲ ਰਸ਼ੀਆ ਦੀ ਜਿਹੜੀ ਕਨੈਕਟੀਵਿਟੀ ਆ ਉਹਦੇ ਵਿੱਚ ਕਾਫੀ ਵਾਧਾ ਹੋਇਆ, ਤੇ ਉਹ ਸਾਰੇ ਤਿੰਨ ਪਾਸਿਆਂ ਤੋਂ ਯੂਕਰੇਨ ਨੂੰ ਘੇਰ ਸਕਦੇ ਨੇ। ਮੈਨੂੰ ਲੱਗਦਾ ਜੀ ਕਿ ਅੱਜ ਦੀ ਗੱਲਬਾਤ ਇਨਫ ਹੈ ਜੀ, ਆਪਾਂ ਇਹਨੂੰ ਹੁਣ ਵਿਰਾਮ ਦਿੰਨੇ ਆ, ਅਗਲੇ ਹਫਤੇ ਫਿਰ ਕੰਟੀਨਿਊ ਕਰਾਂਗੇ। ਗਿੱਲ ਸਾਹਿਬ, ਤੁਸੀਂ ਆਪਣਾ ਸਮਾਂ ਕੱਢਿਆ ਜੀ, ਉਹਦੇ ਲਈ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਮਨਵੀਰ, ਗੁੱਡ ਟੂ ਟਾਕ ਟੂ ਯੂ।